बुरा करे सो केहा सिजै, आपणै रोहे आपे ही दज्जै। मन मुख कमला रगड़ा लुझै, गुरमुख होए तिस सब किछ सुझै। नानक गुरमुख मानसू लुझै, जिना सतगुर पुरख ना सेवियो शब्द ना कीतो विचार। ओए मानस जून ना आखियन, पशु ढोर गावार। ओना अंतर ज्ञान ना ध्यान है, हर स्यों प्रीत ना प्यार। मन मुख मुए विकार मह, मर जम्मह वारो वार। जीव दयानु मिलै सो जीव दे, हर जग जीवन और धार। नानक गुरमुख सोहणे तित सच्चै दरबार। जीव दयानु मिलै सो जीव दे, हर जग जीवन उर धार। नानक गुरमुख सोहणे तित सच्चै दरबार। बुरा करे सो केहा सिजै। वाहिगुरु जी का खालसा, वाहिगुरु जी की फतेह। परम सत्कार ते सन्मानयोग चवर छतर तखत दे मालिक जुगो जुग अटल, ਸਰਬ ਸਾਂਝੀ ਵਾਲਤਾ ਦੇ ਪੈਗੰਬਰ, ਦੀਨ ਅਤੇ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਈਮਾਨ, ਹਲਤ ਪਲਤ ਕੇ ਰੱਖਿਅਕ, ਦੀਨ ਦੁਨੀ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਵਡਭਾਗੇ ਹੋ, ਧੰਨਤਾ ਦੇ ਯੋਗ ਹੋ। ਬਹੁਤ ਹੀ ਪਿਆਰ ਵਿੱਚ ਆਪ ਜੀਆਂ ਨੇ ਰੱਬੀ ਗੁਰਬਾਣੀ ਦੇ ਨਿਤਨੇਮ, ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ, ਗੁਰ ਸ਼ਬਦ ਵਿਚਾਰ ਨਾਲ ਜੁੜਨ ਦਾ ਸੁਭਾਗ ਸਮਾਂ ਵੀ ਸਾਨੂੰ ਪ੍ਰਾਪਤ ਹੋਇਆ। ਉੱਥੇ ਨਾਲ ਹੀ ਅੱਜ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਦਿਨ ਹੈ। ਵੈਸੇ 5 ਫਰਵਰੀ 1762 ਨੂੰ ਕੋਪਰਹੀੜੇ ਦੀ ਧਰਤੀ 'ਤੇ ਸਿੱਖ ਕੌਮ ਦਾ ਵੱਡਾ ਘੱਲੂਘਾਰਾ ਹੋਇਆ, ਜਿਹਨੂੰ ਡਾਇਰੀਆਂ ਮੁਤਾਬਕ, ਟਾਈਮ ਟੇਬਲ ਦੇ ਮੁਤਾਬਕ ਅੱਜ ਦਾ ਦਿਨ ਨਿਸ਼ਚਿਤ ਕੀਤਾ ਗਿਆ ਮਨਾਉਣ ਦਾ। ਆਪਾਂ ਉਹਨਾਂ ਅੱਜ ਦੇ ਦਿਨ ਸ਼ਹੀਦ ਹੋਏ 35,000 ਦੇ ਕਰੀਬ ਸਿੰਘ ਸਿੰਘਣੀਆਂ, ਬੱਚੇ, ਬਜ਼ੁਰਗ, ਮਾਤਾਵਾਂ ਨੂੰ ਬਹੁਤ ਪਿਆਰ ਔਰ ਸਤਿਕਾਰ ਨਾਲ ਉਹਨਾਂ ਕੌਮੀ ਪਰਵਾਨਿਆਂ ਨੂੰ ਨਮਸਕਾਰ ਵੀ ਕਰਨੀ ਹੈ। ਉਹਨਾਂ ਦੇ ਉਸ ਸ਼ਹੀਦੀ ਸਾਕੇ ਨੂੰ ਵੀ ਸਾਂਝਾ ਕਰਨਾ ਹੈ। ਨਾਲ ਨਾਲ ਜੋ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ 2 ਸ਼ਲੋਕ ਸਾਨੂੰ ਬਖਸ਼ੇ ਨੇ, ਉਹਨਾਂ ਦੀ ਵਿਚਾਰ ਨਾਲ ਵੀ ਜੁੜਨਾ ਹੈ।
ਸਾਰੀਆਂ ਵਿਚਾਰਾਂ ਸੰਖੇਪ ਮਾਤਰ ਹੀ ਕਰਾਂਗਾ, ਕਿਉਂਕਿ ਸਮੇਂ ਦੀ ਬੜੀ ਸੀਮਾ ਹੁੰਦੀ ਹੈ। ਪਹਿਲੇ ਸ਼ਲੋਕ ਦਾ ਤਤ ਭਾਵ, ਸਤਿਗੁਰੂ ਕਹਿ ਰਿਹਾ ਕਿ ਬੁਰਾਈ ਕਰਨ ਵਾਲਾ ਮਨੁੱਖ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦਾ, ਕਿਉਂਕਿ ਜੋ ਕੁਝ ਉਹ ਚਿਤਵਦਾ ਹੈ ਉਸ ਦਾ ਕੰਮ ਪੂਰਾ ਨਹੀਂ ਹੁੰਦਾ। ਰਗੜੇ ਝਗੜੇ ਵਿੱਚ ਕਮਲੇ ਮਨੁੱਖ ਅੰਦਰ ਭਰਪੂਰ ਰੋਹ ਭਾਵ ਰੋਸ ਜਿਹੜਾ ਕਹਿ ਉੱਠਦਾ ਹੈ, ਜਿਸ ਦੀ ਅੱਗ ਵਿੱਚ ਉਹ ਆਪ ਹੀ ਸੜਦਾ ਰਹਿੰਦਾ ਹੈ। ਜਿਹੜਾ ਗੁਰਮੁਖ ਜਿਉੜਾ ਹੁੰਦਾ ਹੈ ਉਹ ਕਿਸੇ ਦਾ ਬੁਰਾ ਨਹੀਂ ਸੋਚਦਾ, ਉਹ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰਦਾ ਹੈ, ਜਿਸ ਕਰਕੇ ਉਹ ਸਫਲ ਜੀਵਨ ਜਿਉਂ ਕੇ ਜਾਂਦਾ ਹੈ। ਦੂਸਰੇ ਸ਼ਲੋਕ ਦਾ ਸਿਧਾਂਤ ਪਾਤਸ਼ਾਹ ਨੇ ਇਸ ਪ੍ਰਕਾਰ ਦਿੱਤਾ ਹੈ ਕਿ ਜਿਹੜੇ ਮਨੁੱਖ ਸਤਿਗੁਰੂ ਪੁਰਖ ਦੀ ਸੇਵਾ ਨਹੀਂ ਕਰਦੇ, ਉਹ ਵੇਖਣ ਵਿੱਚ ਭਾਵੇਂ ਮਨੁੱਖ ਨਜ਼ਰ ਆਉਂਦੇ ਹਨ, ਪਰ ਵਾਸਤਵ ਵਿੱਚ, ਹਕੀਕਤ ਵਿੱਚ, ਸੱਚਾਈ ਵਿੱਚ ਉਹ ਪਸ਼ੂ ਢੋਰ ਗਵਾਰ ਹੀ ਹਨ। ਜਿਹੜੇ ਮਨੁੱਖਾ ਜਾਮਾ ਧਾਰਨ ਕਰਕੇ ਆਪਣੇ ਇਸ਼ਟ ਸਤਿਗੁਰੂ ਪੁਰਖ ਦੀ ਸੇਵਾ ਵਿੱਚ ਨਹੀਂ ਜੁੜਦੇ, ਉਹ ਪਸ਼ੂ ਨੇ, ਉਹ ਢੋਰ ਨੇ, ਗਵਾਰ ਨੇ, ਕਿਉਂਕਿ ਉਹ ਗੁਰੂ ਦੇ ਗਿਆਨ, ਧਿਆਨ ਅਤੇ ਪ੍ਰੀਤ ਤੋਂ ਸੱਖਣੇ ਨੇ। ਅਜਿਹੇ ਮਨੁੱਖ ਵਿਕਾਰਾਂ ਵਿੱਚ ਪੈ ਕੇ ਮਾਨੋ ਮੁਰਦਾਰ ਹੋ ਗਏ ਨੇ, ਪਰ ਗੁਰਮੁਖ ਜਿਹੜੇ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਬੈਠੇ ਸੋਹਣੇ ਲੱਗਦੇ ਨੇ, ਕਿਉਂਕਿ ਉਹ ਗੁਰੂ ਦੀ ਸੇਵਾ ਤੇ ਸਿਮਰਨ ਕਰਦੇ ਨੇ। ਪਾਤਸ਼ਾਹ ਨੇ ਬਹੁਤ ਹੀ ਰਹੱਸਮਈ ਸ਼ਬਦ ਬਖਸ਼ੇ ਨੇ। ਅੱਜ ਇੱਕ ਇੱਕ ਸ਼ਬਦ ਦੀ ਵਿਚਾਰ ਲੈ ਕੇ ਚੱਲਾਂਗੇ, ਸਮਾਂ ਬਹੁਤ ਲੱਗ ਜਾਣਾ ਹੈ। ਪਾਤਸ਼ਾਹ ਨੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਗਿਆਨ ਔਰ ਧਿਆਨ ਦੀ ਗੱਲ ਕੀਤੀ ਹੈ। ਗਿਆਨ ਦੀ ਵਿਆਖਿਆ ਵੀ ਲੰਮੇਰੀ ਹੈ, ਧਿਆਨ ਦੀ ਵਿਆਖਿਆ ਵੀ ਲੰਬੀ ਹੈ। ਗੱਲ ਸਾਰੀ ਗਿਆਨ ਔਰ ਧਿਆਨ ਦੀ ਹੈ। ਤਾਂ ਹੀ ਮਹਾਰਾਜ ਕਹਿ ਰਿਹਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਜਿਹਦਾ ਗਿਆਨ ਹੋਵੇ ਧਿਆਨ ਵੀ ਉਸੇ 'ਚ ਲੱਗਦਾ ਹੈ। ਜੇ ਗਿਆਨ ਨਹੀਂ ਤਾਂ ਧਿਆਨ ਲੱਗਣ ਦਾ ਸਵਾਲ ਪੈਦਾ ਨਹੀਂ ਹੁੰਦਾ। ਧਿਆਨ ਬੜਾ ਮਹੱਤਵਪੂਰਨ ਵਿਸ਼ਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਧਿਆਨ ਲਾਇਆ। ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆ। ਸੁਲਤਾਨਪੁਰ ਦੀ ਧਰਤੀ ਤੇ ਬੈਠੇ ਨੇ, ਖਬਰ ਸਾਰੇ ਸੰਸਾਰ ਦੀ ਹੋ ਰਹੀ ਹੈ। ਕਿਵੇਂ? ਧਿਆਨ ਲਾ ਕੇ ਵੇਖਿਆ। ਸਤਿਗੁਰੂ ਬਗਦਾਦ ਜਾਂਦੇ ਨੇ, ਉੱਥੋਂ ਦਾ ਦਸਤਗੀਰ ਪੀਰ ਧਿਆਨ ਲਾ ਕੇ ਵੇਖ ਰਿਹਾ, ਮੇਰੇ ਇਲਾਕੇ 'ਚ ਕਿਹੜਾ ਪੀਰ ਆਇਆ। ਵੇਖਿਆ ਪੀਰ ਧਿਆਨ ਲਗਾਏ ਕੈ, ਵੇਖਿਆ ਧਿਆਨ ਲਗਾਏ ਕੈ, ਕਿਹੜਾ ਪੀਰ ਕਿਹੜਾ ਘਰਾਣਾ। ਇਹ ਕਿਹੜਾ ਪੀਰ ਹੈ, ਇਹਦਾ ਕਿਹੜਾ ਘਰਾਣਾ ਹੈ, ਕਿਸ ਘਰਾਣੇ ਨਾਲ ਤਾਲੁਕਾਤ ਰੱਖਦਾ ਹੈ, ਉਹ ਧਿਆਨ ਲਾ ਕੇ ਵੇਖ ਰਿਹਾ। ਧਿਆਨ ਲਾਉਣ ਤੋਂ ਬਾਅਦ ਹੀ ਉਹਨੇ ਨਿਰਣਾ ਕਰਕੇ ਆਪਣੇ ਸ਼ਾਗਿਰਦਾਂ ਨੂੰ ਕਿਹਾ ਸੀ, ਇਹ ਕੋਈ ਮਾਮੂਲੀ ਪੀਰ ਨਹੀਂ, ਇਉਂ ਲੱਗਦਾ ਖੁਦਾ ਮੇਰੇ ਇਲਾਕੇ ਵਿੱਚ ਆ ਪਾਇਆ। ਧਿਆਨ ਲਾ ਕੇ ਉਹਨੇ ਵੇਖਿਆ। ਤੇ ਇਹਦਾ ਮਤਲਬ ਧਿਆਨ ਦੀ ਅਹਿਮ ਲੋੜ ਹੈ। ਜੇ ਧਰਮ ਦੀ ਸਾਧਨਾ ਕਰਨੀ ਹੈ, ਪਰਮਾਤਮਾ ਤੱਕ ਪਹੁੰਚਣਾ, ਤਾਂ ਧਿਆਨ ਲਾਉਣਾ ਪਏਗਾ। ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਸ਼ਬਦ ਰਤਨਾਗਰ ਮਹਾਨ ਕੋਸ਼ ਦੇ ਵਿੱਚ ਧਿਆਨ ਦੇ ਅਰਥ ਕੀਤੇ ਨੇ ਕਿ ਕਿਸੇ ਵਸਤੂ ਵਿੱਚ, ਕਿਸੇ ਵਿਸ਼ੇਸ਼ ਵਸਤੂ ਵਿੱਚ ਆਪਣੀ ਬਿਰਤੀ ਨੂੰ ਲਿਵਲੀਨ ਕਰ ਲੈਣਾ, ਚਾਰੇ ਪਾਸਿਆਂ ਤੋਂ ਮਨ ਨੂੰ ਰੋਕ ਕੇ ਕਾਬੂ ਕਰ ਲੈਣਾ, ਇੱਕੋ ਹੀ ਵਿਸ਼ੇ ਤੇ ਉਹਨੂੰ ਟਿਕਾ ਕੇ ਰੱਖਣਾ, ਉਹਨੂੰ ਧਿਆਨ ਕਿਹਾ ਜਾਂਦਾ ਹੈ। ਚਾਰ ਚੁਫੇਰਿਆਂ ਤੋਂ ਮਨ ਨੂੰ ਰੋਕ ਕੇ ਇੱਕ ਵਸਤੂ ਤੇ ਕੇਂਦਰਿਤ ਕਰ ਲੈਣਾ, ਉਹ ਧਿਆਨ ਕਹਾਉਂਦਾ ਹੈ। ਮਨੁੱਖ ਜੋ ਕੁਝ ਵੀ ਕਰਦਾ ਹੈ, ਪਹਿਲਾਂ ਉਸ ਬਾਰੇ ਧਿਆਨ ਨਾਲ
ਸੋਚਦਾ ਹੈ, ਵਿਚਾਰ ਕਰਦਾ ਹੈ। ਆਪਾਂ ਵੀ ਕਿਸੇ ਨੂੰ ਗੱਲ ਕਹਿੰਦੇ, ਆਪਾਂ ਕਹਿੰਦੇ ਧਿਆਨ ਨਾਲ ਸੁਣ ਇਹਨੂੰ, ਆਹ ਕੰਮ ਧਿਆਨ ਨਾਲ ਕਰੀ। ਇਹਦਾ ਮਤਲਬ ਹਰ ਕੰਮ ਵਿੱਚ ਧਿਆਨ ਜ਼ਰੂਰੀ ਹੈ। ਉਹ ਗੱਲ ਵੱਖਰੀ ਹੈ ਕਿ ਇਨਸਾਨ ਸਾਰੇ ਕੰਮ ਧਿਆਨ ਨਾਲ ਕਰਦਾ ਹੈ। ਹਰ ਕੰਮ ਕਰਨ ਲੱਗਿਆਂ ਧਿਆਨ ਇੰਨਾ ਕੁ ਇਕਾਗਰ ਕਰ ਲੈਂਦਾ ਵੀ ਕਿਤੇ ਰੱਤਾ ਮਾਤਰ ਵੀ ਮੇਰਾ ਧਿਆਨ ਇੱਧਰ ਉੱਧਰ ਨਾ ਹੋ ਜਾਏ, ਕੰਮ ਖਰਾਬ ਹੋ ਜਾਏਗਾ। ਧਰਮ ਦਾ ਕੰਮ ਬੇਧਿਆਨਾ ਹੋ ਕੇ ਕਰਦਾ ਹੈ। ਜਪਜੀ ਸਾਹਿਬ ਬੇਧਿਆਨਾ ਹੋ ਕੇ ਪੜ੍ਹਦਾ ਹੈ। ਨਿਤਨੇਮ ਕਰਨਾ ਹੋਵੇ ਬੇਧਿਆਨਾ ਹੋ ਕੇ ਕਰ ਰਿਹਾ ਹੈ। ਸੇਵਾ ਕਰਨੀ ਹੋਵੇ ਬੇਧਿਆਨਾ ਹੋ ਕੇ ਕਰ ਰਿਹਾ ਹੈ। ਸੰਸਾਰ ਦੇ ਕੰਮ ਕਰਨ ਲੱਗਿਆਂ ਧਿਆਨ ਇਕਾਗਰ ਕਰਦਾ ਹੈ। ਬਸ ਇੱਥੇ ਹੀ ਦਿੱਕਤ ਹੈ ਵੱਡੀ। ਪਾਤਸ਼ਾਹ ਕਹਿੰਦੇ ਫਿਰ ਉਸ ਕੰਮ ਨੂੰ ਕਰਦਿਆਂ ਹੋਇਆਂ ਵੀ ਧਿਆਨ ਨੂੰ ਪੂਰਾ ਇਕਾਗਰ ਕਰਕੇ ਰੱਖਦਾ ਹੈ। ਇੱਕ ਸੰਸਾਰਿਕ ਦੁਨਿਆਵੀ ਧਿਆਨ ਕੰਮ ਕਰ ਰਿਹਾ। ਜਿਹੜਾ ਮਨੁੱਖ ਕੋਈ ਕੰਮ ਤਾਂ ਕਰਦਾ ਪਰ ਉਸ ਦਾ ਇਸ ਗੱਲ ਦਾ ਧਿਆਨ ਨਹੀਂ ਕਿ ਮੈਂ ਕੀ ਕਰ ਰਿਹਾ, ਤਾਂ ਕਰਦਾ ਹੈ ਪਰ ਉਸ ਨੂੰ ਪਤਾ ਨਾ ਹੋਵੇ ਮੈਂ ਕਰ ਕੀ ਰਿਹਾ, ਐਸੇ ਮਨੁੱਖ ਨੂੰ ਹੀ ਲੋਕ ਕਈ ਵਾਰ ਪਾਗਲ ਵੀ ਕਹਿ ਦਿੰਦੇ ਆ। ਪਾਗਲ ਉਹ ਹੁੰਦਾ ਜਿਹੜਾ ਕਰ ਰਿਹਾ, ਉਹਨੂੰ ਪਤਾ ਨਹੀਂ ਮੈਂ ਕੀ ਕਰ ਰਿਹਾ, ਉਹਦਾ ਕੋਈ ਧਿਆਨ ਨਹੀਂ, ਕਿਸੇ ਨੂੰ ਕੁਝ ਵੀ ਬੋਲ ਰਿਹਾ। ਉਹ ਜਿਸ ਕੰਮ ਵਿੱਚ ਧਿਆਨ ਸ਼ਾਮਲ ਨਹੀਂ ਹੋਏਗਾ ਉਸ ਕੰਮ ਵਿੱਚ ਸਫਲਤਾ ਵੀ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਹੀ ਸਿਆਣਾ ਬੰਦਾ ਆਪਣੇ ਕੰਮ ਵਿੱਚ ਪੂਰੀ ਤਨਦੇਹੀ ਨਾਲ ਖੁੱਭ ਜਾਂਦਾ ਹੈ ਕਿ ਜੇ ਬੇਧਿਆਨਾ ਹੋ ਕੇ ਕੀਤਾ ਇਹਦਾ ਖਮਿਆਜ਼ਾ ਵੀ ਮੈਨੂੰ ਭੁਗਤਣਾ ਪਏਗਾ। ਹਰ ਕੰਮ ਵਿੱਚ ਧਿਆਨ ਹੈ। ਧਰਮ ਦੀ ਦੁਨੀਆ ਵਿੱਚ ਵੀ ਧਿਆਨ ਨੂੰ ਬਹੁਤ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਇੱਕ ਬਦਕਿਸਮਤੀ ਹੈ, ਮਨੁੱਖੀ ਇਤਿਹਾਸ ਦੇ ਨਾਲ ਹੀ ਸਫ਼ਰ ਕਰਦੀ ਆ ਰਹੀ ਹੈ ਕਿ ਜਿਨ੍ਹਾਂ ਚੀਜ਼ਾਂ ਬਾਰੇ ਕੋਈ ਵੀ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਦੇ ਬਾਰੇ ਵਿੱਚ ਹੀ ਸਭ ਤੋਂ ਵੱਧ ਅਗਿਆਨਤਾ ਹੁੰਦੀ ਹੈ। ਧਰਮ ਕਮਾਉਣਾ, ਧਰਮ ਨੂੰ ਜਾਣਨਾ ਬੜਾ ਸਪਸ਼ਟ, ਬੜਾ ਸੌਖਾ, ਸਿੱਧਰਾ ਪੱਧਰਾ ਰਾਹ ਸੀ ਇਹ। ਬਾਬਾ ਫਰੀਦ ਸਾਹਿਬ ਨੇ ਤਾਂ ਬੜਾ ਸੌਖਾ ਕੀਤਾ, ਬੋਲੀਏ ਸੱਚ ਧਰਮ, ਆਹ ਧਰਮ ਹੈ, ਸੱਚ ਬੋਲਣਾ, ਝੂਠ ਨਾ ਬੋਲੀਏ। ਬੜਾ ਸੌਖਾ ਪਾਤਸ਼ਾਹ ਨੇ, ਗੁਰੂ ਸਾਹਿਬਾਨਾਂ ਨੇ, ਅਵਤਾਰ ਪੁਰਸ਼ਾਂ ਨੇ ਦਿੱਤਾ ਸੀ, ਸੌਖਾ ਰਾਹ ਦਿੱਤਾ ਸੀ ਧਰਮ ਦਾ। ਲੇਕਿਨ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਇਹ ਗੱਲ ਆਈ, ਜਿਨ੍ਹਾਂ ਨੂੰ ਲੋਕਾਂ ਨੇ ਆਪ ਤੋਂ ਉੱਚੀ ਜਗ੍ਹਾ ਤੇ ਬਿਠਾਇਆ ਵੀ ਇਹ ਕੋਈ ਧਰਮ ਦੀ ਗੱਲ ਸੁਣਾਉਣ, ਉਹਨਾਂ ਨੇ ਇਮਾਨਦਾਰੀ ਨਹੀਂ ਵਰਤੀ। ਉਹ ਜਾਂ ਤਾਂ ਸਟੇਜ ਤੋਂ ਬੈਠ ਕੇ ਡਰਾਈ ਗਏ, ਜਾਂ ਸੰਗਤ ਨੂੰ ਹਸਾਈ ਗਏ, ਜਾਂ ਲੋਕਾਂ ਨੂੰ ਰਵਾਈ ਗਏ। ਸਮਝਾਇਆ ਨਹੀਂ ਕਿਸੇ ਨੇ। ਧਰਮ ਸਮਝਾਉਣ ਦਾ ਵਿਸ਼ਾ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਮੈਂ ਸਮਝਾਉਣ ਆਇਆ। ਬਗਦਾਦ ਦੀ ਧਰਤੀ ਦੇ ਵੀ ਉੱਥੇ ਜਦੋਂ ਭਾਈ ਮਰਦਾਨੇ ਦੀ ਰਵਾਬ ਵੱਜੀ ਨਾ, ਡਾਕਟਰ ਬਲਵੀਰ ਸਿੰਘ ਉਹਨਾਂ ਨੇ ਲਿਖਿਆ, ਉਹਨਾਂ ਤੋਂ ਪਹਿਲਾਂ ਵੀ ਉੱਥੇ ਇੱਕ ਕੋਈ ਇਨਸਾਨ ਗਿਆ, ਉਹਨੇ ਰਵਾਬ ਵਜਾਈ ਸੀ। ਉੱਥੇ ਲਿਖ ਕੇ ਲਾਇਆ ਬਕਾਇਦਾ। ਕਹਿੰਦੇ ਉਹਨੇ ਪਹਿਲਾ ਰਾਗ ਗਾਇਆ, ਇਹੋ ਜਿਹਾ ਰਾਗ ਗਾਇਆ ਲੋਕਾਂ ਨੂੰ ਬਹੁਤ ਹਸਾਇਆ। ਦੂਸਰੀ ਵਾਰੀ ਉਹਨੇ ਰਾਗ ਅਲਾਪਿਆ, ਲੋਕਾਂ ਨੂੰ ਬੜਾ ਹੀ ਰਵਾਇਆ। ਤੀਸਰਾ ਜਦੋਂ ਰਾਗ ਅਲਾਪਿਆ, ਲੋਕਾਂ ਨੂੰ ਸਵਾਦ ਦਿੱਤਾ, ਸਾਰੇ ਸੌਂ ਗਏ। ਤੇ ਉਹ ਦਸਤਗੀਰ ਪੀਰ ਪੁੱਛਦਾ ਵੀ ਤੁਹਾਡੀ ਰਵਾਬ ਦੇ ਰਾਗ ਕੀ ਕਰਨਗੇ, ਰਵਾਉਣਗੇ, ਹਸਾਉਣਗੇ ਜਾਂ ਸਵਾਉਣਗੇ? ਤੁਹਾਡਾ ਰਾਗ ਸੁਣ ਕੇ ਵੀ ਲੋਕ ਸੌਂ ਜਾਣਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨਾ ਮੈਂ ਰਵਾਉਣ ਆਇਆ, ਨਾ ਮੈਂ ਹਸਾਉਣ ਆਇਆ, ਨਾ ਹੀ ਮੈਂ ਤੁਹਾਨੂੰ ਸਲਾਉਣ ਆਇਆ, ਮੈਂ ਤਾਂ ਸਮਝਾਉਣ ਵਾਸਤੇ ਆਇਆ। ਕੋਈ ਧਰਮ ਦੀ ਗੱਲ, ਕੋਈ ਰੱਬ ਦੀ ਗੱਲ, ਕੋਈ ਗੁਰੂ ਦੀ ਗੱਲ ਸਮਝ ਆ ਜਾਏ, ਕਿਉਂਕਿ ਇੱਥੇ ਧਿਆਨ ਔਰ ਸਮਝ ਤੋਂ ਬਿਨਾਂ ਗੱਲ ਅੱਗੇ ਤੁਰਦੀ ਨਹੀਂ ਹੈ। ਅੱਜ ਧਰਮ ਦੀ ਦੁਨੀਆ 'ਚ ਬਹੁਤੀ ਵਾਰ ਖੱਜਲ ਖੁਆਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੁੰਦਾ ਕਿ ਲੋਕ ਬੇਧਿਆਨੇ, ਬੇਸਮਝੀ ਕਰਕੇ ਪਹਿਲਾਂ ਸਮਝਦੇ ਨਹੀਂ, ਚੱਲ ਪੈਂਦੇ ਆ। ਜਗਤ ਕੀ ਭੇਡਾਂ ਚਾਲ ਚਲਤੇ ਕੇ ਪਾਛੇ ਚੱਲੇ, ਹੋਸ਼ ਨਾ ਕਰੇ ਸੰਭਾਲ। ਹੋਸ਼ ਦਾ ਮਤਲਬ ਸਮਝ ਕੋਈ ਨਹੀਂ ਹੈ। ਦੁਨੀਆ ਜਾ ਰਹੀ ਹੈ, ਪਿੱਛੇ ਪਿੱਛੇ ਤੁਰ ਪਏ। ਉਹ ਕਿੱਥੇ ਜਾ ਰਹੇ ਆ, ਕਿਹਨੂੰ ਮੱਥਾ ਟੇਕ ਰਿਹਾ? ਇੱਕ ਬੰਦ ਕਮਰੇ ਨੂੰ ਵੀ ਮੱਥਾ ਟੇਕੀ ਜਾਂਦਾ, ਪਤਾ ਹੀ ਨਹੀਂ ਅੰਦਰ ਕੀ ਆ। ਉਹ ਅੰਧ ਵਿਸ਼ਵਾਸ ਹੁੰਦਾ। ਵਿਸ਼ਵਾਸ, ਪਾਤਸ਼ਾਹ ਕਹਿੰਦੇ ਵਿਸ਼ਵਾਸ ਹੋਵੇ, ਸ਼ਰਧਾ ਹੋਵੇ, ਲੇਕਿਨ ਗਿਆਨਵਾਨ ਵਿਵੇਕ ਬੁੱਧੀ ਵਾਲੀ ਸ਼ਰਧਾ, ਸਮਝ ਕੇ ਸ਼ਰਧਾ ਕਰਨ। ਸ਼ਰਧਾ ਤਾਂ ਮਿਰਗ ਨੂੰ ਵੀ ਬਹੁਤ ਹੈ, ਉਹਨੂੰ ਲੱਗਦਾ ਕਿ ਸਾਹਮਣੇ ਪਾਣੀ ਚਮਕ ਰਿਹਾ, ਮੈਂ ਛੇਤੀ ਦੌੜ ਕੇ ਪਾਣੀ ਪੀ ਲਾਂ। ਸ਼ਰਧਾ 'ਚ ਤਾਂ ਕੋਈ ਕਮੀ ਨਹੀਂ, ਪਰ ਹੈ ਰੇਤ, ਹੁਣ ਕੀ ਕਰੇ ਉਹ?
ਸਾਰਾ ਦਿਨ ਭਰਮ ਦਾ ਭਟਕਦਾ, ਅਖੀਰ ਗਰਮੀ ਕਰਕੇ ਪਿਆਸਾ ਤੜਫਦਾ ਤੜਫਦਾ ਆਪਣੇ ਪ੍ਰਾਣ ਤਿਆਗ ਜਾਂਦਾ ਹੈ। ਇਹੋ ਜੀ ਸ਼ਰਧਾ ਜੋ ਧਰਮ ਦੀ ਦੁਨੀਆ 'ਚ ਵੀ ਹੈ ਕਿ ਪਤਾ ਹੀ ਨਹੀਂ ਉਹ ਕਰ ਕੀ ਰਿਹਾ, ਜੋ ਕਰ ਰਿਹਾ ਉਹ 'ਚੋਂ ਨਿਕਲਣਾ ਕੀ ਹੈ, ਜੋ ਕਰਮ ਕਰ ਰਿਹਾ ਇਹਦੇ ਨਾਲ ਪਹੁੰਚਣਾ ਕਿੱਥੇ ਹੈ, ਇਹਦੇ ਬਾਰੇ ਕੁਛ ਨਹੀਂ ਪਤਾ। ਬਸ ਜਿਹਨੇ ਕਹਿਤਾ, ਜਿਹਨੂੰ ਦੇਖ ਲਿਆ ਉਹਦੇ ਪਿੱਛੇ ਲੱਗ ਕੇ ਕਰਨ ਲੱਗ ਪਏ। ਸਤਿਗੁਰੂ ਪਾਤਸ਼ਾਹ ਕਹਿੰਦੇ ਧਿਆਨ ਲਾਉਣ ਵਿੱਚ ਵੀ ਐਵੇਂ ਹੋਇਆ। ਧਿਆਨ ਧਰਮ ਦੀ ਦੁਨੀਆ 'ਚ ਪ੍ਰਚਲਿਤ ਹੈ। ਸਨਾਤਨ ਮਤ ਵਿੱਚ ਵੀ ਧਿਆਨ ਦੀ ਗੱਲ ਹੈ, ਇਸਲਾਮ ਧਰਮ ਵਿੱਚ ਧਿਆਨ ਦੀ ਗੱਲ ਹੈ, ਬੁੱਧ ਧਰਮ ਵਿੱਚ ਧਿਆਨ ਦੀ ਗੱਲ ਹੈ, ਬਿਆਸ ਜਿਹੜਾ ਰਾਧਾ ਸੁਆਮੀਆਂ ਦਾ ਮਤ ਹੈ ਇਹਦੇ ਵਿੱਚ ਧਿਆਨ ਦੀ ਗੱਲ ਹੈ। ਪਰ ਧਿਆਨ ਲਾਉਣਾ ਕਿਹਦਾ ਹੈ, ਇਹ ਵੱਡਾ ਸਵਾਲ ਹੈ। ਸਨਾਤਨ ਮਤ ਵਿੱਚ ਵੀ ਧਿਆਨ ਲੱਗਦਾ ਹੈ, ਪਰ ਉੱਥੇ 33 ਕਰੋੜ ਦੇਵੀ ਦੇਵਤਿਆਂ ਦਾ ਜ਼ਿਕਰ ਹੈ। ਕਿਹਦਾ ਕਿਹਦਾ ਧਿਆਨ ਲਾਓਗੇ? ਪਹਿਲਾਂ ਹੀ ਮਨ ਬਹੁਤ ਖਿੰਡਿਆ ਹੋਇਆ, ਜੇ ਸਾਹਮਣੇ ਇੰਨਾ ਪਸਾਰਾ, ਇੰਨਾ 33 ਕਰੋੜ ਦੇ ਵਿੱਚ ਹੁਣ ਧਿਆਨ ਲਾਉਣ ਨੂੰ ਕੋਈ ਕਵੇ ਕਿਵੇਂ ਲੱਗੇਗਾ ਜਿਹੜਾ ਇੰਨਾ ਖੰਡਾਅ ਵਿੱਚ ਹੈ। ਇੱਕ ਹੋਏ ਤਾਂ ਧਿਆਨ ਲੱਗੇਗਾ ਨਾ। ਇਸਲਾਮ ਧਰਮ ਨੇ ਵੀ ਧਿਆਨ ਦੀ ਗੱਲ ਕੀਤੀ ਤਾਂ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੇ ਸਾਰੀਆਂ ਗੱਲਾਂ ਮੰਨੀਆਂ ਵੀ ਰੱਬ ਇੱਕ ਹੈ, ਸਾਰਾ ਕੁਝ ਰੱਬ ਕਰਦਾ ਹੈ, ਸਾਰੀ ਇਹ ਰੱਬ ਦੀ ਹੋਂਦ ਹੈ। ਪਰ ਉਹਨਾਂ ਨੇ ਨਾਲ ਇੱਕ ਗੱਲ ਇਹ ਕਹਿ ਦਿੱਤੀ ਵੀ ਰੱਬ ਰਹਿੰਦਾ ਮੱਕੇ 'ਚ, ਹੋਰ ਕਿਤੇ ਨਹੀਂ ਹੈ। ਕਰਦਾ ਸਾਰਾ ਕੁਝ ਪ੍ਰਮਾਤਮਾ ਹੈ, ਅਸੀਂ ਤੁਸੀਂ ਸਾਰੇ ਉਹਦੀ ਪ੍ਰਮਾਤਮਾ ਦੀ ਵੰਸ਼ ਹਾਂ, ਉਹਦੀ ਹੋਂਦ ਹੈ। ਆ ਸੰਸਾਰ ਕਲਾ ਸਭ ਕੁਝ ਉਹਦਾ ਹੀ ਹੈ, ਪਰ ਰੱਬ ਰਹਿੰਦਾ ਇਕੱਲਾ ਮੱਕੇ 'ਚ, ਹੋਰ ਕਿਤੇ ਵੀ ਨਹੀਂ। ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ ਅੱਲਾ ਹੈ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਜੇ ਭਾਈ ਅੱਲਾ ਖੁਦਾ ਤਾਲਾ ਪ੍ਰਮਾਤਮਾ ਇੱਕੋ ਹੀ ਤੁਹਾਡੀ ਮਸੀਤ ਵਿੱਚ ਬੈਠਾ, ਫਿਰ ਸਾਰੀ ਦੁਨੀਆ ਕਿਹਦੇ ਆਸਰੇ ਤੇ ਹੈ? ਕੋਈ ਜਵਾਬ ਨਹੀਂ ਸੀ। ਧਿਆਨ ਜੋਗੀ ਵੀ ਲਾ ਰਿਹਾ ਹੈ, ਨਾ ਮੈਂ ਜੋਗ ਧਿਆਨ ਚਿਤ ਲਾਇਆ, ਬਿਨ ਬੈ ਰਾਗ ਨਾ ਛੁੱਟ ਸਮਾਇਆ। ਜੋਗੀ ਧਿਆਨ ਦੋ ਤਰੀਕਿਆਂ ਨਾਲ, ਕਿਹਦਾ ਲਾ ਰਿਹਾ ਇਹ ਨਹੀਂ ਪਤਾ, ਲੇਕਿਨ ਲਾ ਕਿਵੇਂ ਰਿਹਾ? ਕੋਈ ਭੰਗ ਪੀ ਕੇ ਲਾ ਰਿਹਾ, ਕੋਈ ਸ਼ਰਾਬ ਪੀ ਕੇ ਲਾ ਰਿਹਾ। ਹੁਣ ਬਾਦਸ਼ਾਹ ਕਹਿੰਦੇ ਇਹ ਧਿਆਨ ਨਹੀਂ ਹੈ ਤਾਂ ਉਹ ਜਿਹੜੇ ਨਸ਼ੇ ਕੀਤੇ ਉਹ ਨਸ਼ਿਆਂ ਦੀ ਖੁਮਾਰੀ ਹੈ। ਜਿਹੜੀ ਸ਼ਰਾਬ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਜਿਸ ਸ਼ਰਾਬ ਨੇ ਤੇਰੇ ਅੰਦਰ ਜਾ ਕੇ ਤੈਨੂੰ ਇਹੀ ਭੁਲਾ ਦਿੱਤਾ ਮੇਰਾ ਆਪਣਾ ਕੌਣ ਹੈ, ਬੇਗਾਨਾ ਕੌਣ ਹੈ, ਆਪਣੇ ਪਰਾਏ ਦੀ ਪਛਾਣ ਹੀ ਖਤਮ ਕਰ ਦਿੱਤੀ। ਤੈਨੂੰ ਇੰਨਾ ਨਸ਼ੇ ਵਿੱਚ ਲੈ ਗਿਆ, ਸਵੇਰੇ ਤੈਨੂੰ ਮਾਫੀਆਂ ਮੰਗਣੀਆਂ ਪਈਆਂ ਵੀ ਜੀ ਰਾਤ ਖਾਧੀ ਪੀਤੀ ਜੋ ਗਿਆ ਪਤਾ ਨਹੀਂ ਲੱਗਿਆ, ਤੇ ਉਹ ਸ਼ਰਾਬ ਤੇਰਾ ਧਿਆਨ ਕਿਵੇਂ ਲਵਾ ਦੇਗੀ? ਪਾਤਸ਼ਾਹ ਨੇ ਫਿਰ ਕਿਹਾ ਜੇ ਤੂੰ ਸ਼ਰਾਬ ਪੀ ਕੇ ਧਿਆਨ ਲਾਉਣਾ ਨਾ, ਸ਼ਰਾਬ ਹੀ ਬਣਾਉਣੀ ਆ। ਫਿਰ ਮਹਾਰਾਜ ਕਹਿੰਦੇ ਤੈਨੂੰ ਮੈਂ ਦੱਸਦਾ ਸ਼ਰਾਬ ਕਿਸ ਚੀਜ਼ ਦੀ ਬਣਾ। ਗੁੜ ਕਰ ਗਿਆਨ ਧਿਆਨ ਕਰਤਾਵੈ, ਕਰ ਕਰਨੀ ਕਸ ਪਾਈਐ। ਸਤਿਗੁਰੂ ਕਹਿੰਦੇ ਇਹ ਜੋਗੀ ਪਰਮਾਤਮਾ ਨਾਲ ਡੂੰਘੀ ਸਾਂਝ ਗੁੜ ਵਰਗੀ ਬਣਾ ਲੈ। ਪਰਮਾਤਮਾ ਤੇ ਤੇਰਾ ਰਿਸ਼ਤਾ ਇਉਂ ਸਮਝ ਵੀ ਉਹ ਗੁੜ ਹੈ। ਗੁੜ ਕਰ ਗਿਆਨ, ਉਸ ਗਿਆਨ ਦਾ ਗੁੜ ਬਣਾ। ਧਿਆਨ ਕਰਤਾਵੈ, ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਨੂੰ। ਮਹੂਏ ਦੇ ਫੁੱਲ, ਸ਼ਰਾਬ ਬਣਾਉਣ ਲੱਗਿਆਂ ਫੁੱਲ ਵਗੈਰਾ ਜਿਹੜੇ ਬਣਾਉਂਦੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ। ਮਹੂਏ ਦੇ ਫੁੱਲ ਸਮਝ ਉਹਨਾਂ ਨੂੰ। ਕਰ ਕਰਨੀ ਕਸ ਪਾਈ ਹੈ, ਉੱਚੇ ਆਚਰਣ ਨੂੰ ਕਿੱਕਰਾਂ ਦਾ ਸੱਕ ਬਣਾ ਕੇ ਇਹਨਾਂ ਵਿੱਚ ਰਲਾ ਦੇ। ਮਹਾਰਾਜ ਕਹਿੰਦੇ ਇਦਾਂ ਦੀ ਸ਼ਰਾਬ ਤਿਆਰ ਕਰ ਜਿਵੇਂ ਹਰਦਿਆਲ ਪੰਡਤ ਨੂੰ ਕਿਹਾ ਸੀ ਵੀ ਆਹ ਜਨੇਊ ਨਹੀਂ ਮੈਂ ਪਾਉਣਾ, ਮੈਨੂੰ ਜਨੇਊ ਦੇ ਦਇਆ ਕਪਾ ਸੰਤੋਖ ਸੂਤ। ਜਤ ਗੰਢੀ ਸਤਵਾ ਦਇਆ ਦਾ ਸੰਤੋਖ ਹੋਵੇ, ਜਤ ਸਾਦੀਆਂ ਗੰਢਾਂ ਹੋਣ, ਸੱਤ ਦਾ ਵੱਟ ਚਾੜਿਆ ਹੋਵੇ, ਇਹੋ ਜਿਹਾ ਜਨੇਊ ਚਾਹੀਦਾ। ਮਹਾਰਾਜ ਹੁਣ ਸ਼ਰਾਬ ਬਣਾਉਣੀ ਜੋਗੀਆਂ ਨੂੰ ਦੱਸ ਰਿਹਾ। ਕਹਿੰਦੇ ਜੋਗੀਓ ਜਿਹੜੀ ਤੁਸੀਂ ਸ਼ਰਾਬ ਬਣਾਉਂਦੇ ਹੋ ਇਹ ਸਿਹਤ ਲਈ ਹਾਨੀਕਾਰਕ ਹੈ, ਇਹ ਤੁਹਾਡਾ ਕੋਈ ਧਿਆਨ ਲਾਉਣ ਵਿੱਚ ਮਦਦਗਾਰ ਨਹੀਂ ਹੈ। ਤਾਂ ਸ਼ਰਾਬ ਦਾ ਨਸ਼ਾ ਹੈ, ਰਾਤ ਨੂੰ ਪੀਤੀ ਸਵੇਰ ਨੂੰ ਨਸ਼ਾ ਉਤਰ ਗਿਆ, ਫਿਰ ਧਿਆਨ ਕਿਵੇਂ ਲਾਓਗੇ? ਜੇ 24 ਘੰਟੇ ਸ਼ਰਾਬ ਹੀ ਪੀਓਗੇ ਫਿਰ ਤੁਹਾਨੂੰ ਦੁਨੀਆ ਦੀ ਸੋਝੀ ਕੋਈ ਨਹੀਂ ਰਹਿਣੀ। ਸ਼ਰਾਬ ਤਾਂ ਵੈਸੇ ਹੀ ਬੇਸੁਰਤ ਕਰ ਦਿੰਦੀ ਆ। ਬੇਸੁਰਤ ਬੰਦਾ ਧਿਆਨ ਕਿਵੇਂ ਲਾ ਸਕਦਾ ਹੈ? ਭੰਗ ਪੀ ਕੇ ਭੰਗ ਦੇ ਨਸ਼ੇ ਵਿੱਚ ਕੋਈ ਧਿਆਨ ਕਿਵੇਂ ਲਾ ਸਕਦਾ ਹੈ? ਜੋਗੀਆਂ ਨੂੰ ਮਹਾਰਾਜ ਕਹਿ ਰਹੇ ਆ ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਰਾਈਐ। ਮਹਾਰਾਜ ਕਹਿੰਦੇ ਆ ਕਿ ਇਸ ਸਰੀਰਕ ਮੋਹ ਨੂੰ ਸਾੜ, ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ ਲੈ। ਪ੍ਰਭੂ ਚਰਨਾਂ ਵਿੱਚ ਪਿਆਰ ਜੋੜ, ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ, ਜਿੱਥੋਂ ਸ਼ਰਾਬ ਨਿਕਲਦੀ ਆ ਨਾ, ਉਸ ਅਰਕ ਕੱਢਣ ਵਾਲੀ ਨਾਲੀ ਦੇ ਉੱਤੇ ਪਾਤਸ਼ਾਹ ਕਹਿੰਦੇ ਇਹ ਠੰਡਾ ਪੋਚਾ
ਉਹਦੇ ਉੱਤੇ ਫਿਰ ਇਸ ਸਾਰੇ ਮਿਲਵੇਂ ਰਸ ਵਿੱਚੋਂ ਅਟਲ ਆਤਮਿਕ ਜੀਵਨ ਦਾਤਾ ਅੰਮ੍ਰਿਤ ਨਿਕਲੇਗਾ, ਜਿਹੜਾ ਤੂੰ ਬਾਹਰ ਇਹੋ ਜਿਹੇ ਸੱਕ ਕਿੱਕਰਾਂ ਦੇ ਸੱਕ ਪਾ ਕੇ, ਮਹੂਏ ਦੇ ਫੁੱਲ ਪਾ ਕੇ, ਗੁੜ ਪਾ ਕੇ ਜਿਹੜਾ ਅਰਕ ਤੂੰ ਕੱਢਦਾ ਉਹਦਾ ਨਾਂ ਸ਼ਰਾਬ ਹੈ। ਸ਼ਰਾਬ ਨੂੰ ਸ਼ਰਾਰਤਾਂ ਦਾ ਪਾਣੀ ਵੀ ਕਿਹਾ ਹੈ। ਜਿਹੜਾ ਪਾਣੀ ਪੀ ਕੇ ਇਨਸਾਨ ਦਾ ਦਿਮਾਗ ਸ਼ਰਾਰਤੀ ਹੋ ਜਾਂਦਾ, ਸ਼ੈਤਾਨ ਹੋ ਜਾਂਦਾ ਹੈ। ਔਰ ਇਹ ਸ਼ਰਾਰਤਾਂ ਦੇ ਪਾਣੀ ਨੇ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਬਰਬਾਦ ਕਰ ਦਿੱਤੀਆਂ। ਇੰਨੇ ਸਮੁੰਦਰ 'ਚ ਡੁੱਬ ਕੇ ਨਹੀਂ ਮਰੇ ਹੋਣੇ ਜਿੰਨੇ ਇਸ ਬੋਤਲਾਂ 'ਚ ਪਏ ਹੋਏ ਬੰਦ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ। ਭਰਾ ਹੈ ਜ਼ਹਿਰ शीशे में, छिपी है आग पानी में, सैकड़ों ही डूब मुए इस बोतलों के बंद पानी में। पता नहीं किन्नियां कुछ जिंदगियां इन्हां पानियां दे विच जहर वर्गे पानियां 'ਚ डुੱਬ के मर गईयां ने। तो पातशाह कहंदे आ जे तू शराब, ਉਹਨਾਂ 'ਚੋਂ शराब निकलदी है, शरारतां दा पानी। पर ਜਿਹੜਾ ਤੈਨੂੰ मैं ये फार्मूला दे रहा ना, इस फार्मूले ਜਦੋਂ ਤਿਆਰ ਕਰੇਗਾ, ਇਹਦੇ ਵਿੱਚੋਂ शराब नहीं, ਇਹਦੇ ਵਿੱਚੋਂ ਅੰਮ੍ਰਿਤ ਰਸ ਝਲਕੇਗਾ, ਇਹਦੇ ਵਿੱਚੋਂ ਅੰਮ੍ਰਿਤ ਰਸ ਆਏਗਾ, ਇਹਦੇ ਵਿੱਚੋਂ ਉਹ ਅੰਮ੍ਰਿਤ ਝਿਮ ਝਿਮ ਵਰਸੈ ਅੰਮ੍ਰਿਤ ਤਾਰਾ। ਉਸ ਅੰਮ੍ਰਿਤ ਨੇ ਤੈਨੂੰ ਆਤਮਿਕ ਜੀਵਨ ਤੌਰ ਤੇ ਅਮਰ ਕਰ ਦੇਣਾ, ਤੈਨੂੰ ਆਤਮਿਕ ਮੌਤੇ ਨਹੀਂ ਮਰਨ ਦੇਣਾ। ਤੇਰੀ ਆਤਮਾ ਬਲਵਾਨ ਹੋ ਜਾਏਗੀ। तेरी आत्मा, जिवें कल सुनिया सी ना कि वह आत्मा तेरा मनोबल जिहड़ा तेरी सुरत है, वह बचपन विच, वह जवान विच भी जिहड़ी बिरध अवस्था वाली नज़र आउंदी है, वह आत्मिक तौर ते कदे भी तू कमज़ोर कृश नहीं होएगा, हमेशा ही बलवान बनिया रहेगा जे आ मेरी दसी हुई शराब कढ़ के पी लेगा। तो इसलिए पातशाह कह रहा, बाबा मन मतवारो ने नाम रस पीवै सहज रंग रस रचिया। तो पातशाह ने ये फार्मूला उन्होंने जोगियां नूं दिता, एनस बनी प्रेम लिव लागी शब्द अनाहद गहिया। शब्द लमेरा है, सिर्फ कहण दा मतलब जोगियां ने भी ध्यान लाया, लेकिन उन्होंने दे ध्यान विच सतगुरु पातशाह कह रहे वो कोई भंग पी के ध्यान ला रहा सी ते कोई शराब पी के ध्यान। उन्होंने दे ध्यान भी महाराज ने कहा यह ध्यान नहीं हो सकता, तुसीं अपने आप नाल धोखा कर रहे हो, दुनिया नाल धोखा कर रहे हो, इवें ध्यान नहीं लगता। ते होर बड़े मत मतांतरां ने भी ध्यान लाया, पर उस ध्यान दी जदों हुण मंजिल सही नहीं, जदों रास्ता सही नहीं है, इंसान मंजिल ते किवें पहुंचेगा। पातशाह कहंदे महात्मा बुद्ध भी ध्यान दे रास्ते ते चलिया। चलो एक राजकुमार है, माँ बाप ने विआह किया, बच्चा भी होया, पर 29 साल की उम्र में सारा कुछ छड्ड के महात्मा बुद्ध परमात्मा नूं पाउण वास्ते, योग कमाउण वास्ते घरों तुरदा है। कदे योग साधना करदा है, कदे ध्यान लाउण दीयां गल्लां करदा, कदे साह इधरों कढणा इधर चढ़ाउणा, इहो जिहा बड़ा कुछ कीता। इहदे नाल योग साधना करके चलो योगा मत वाले कहते शरीर तंदुरुस्त रहिंदा है, शरीर रिष्ट पुष्ट रहिंदा है, जिहड़ा साडा पाचन तंत्र है वह ठीक रहिंदा। इस तरीके दीयां गल्लां ते इहदे विच हुंदियां, पर इस तरीके नाल कोई रब नूं मिल लए ये नहीं हुंदा। रब उदों ही मिलदा जदों गुरु विच होवे, परमात्मा उदों मिलदा जदों ध्यान गुरु विच होवे, जदों गुरु तुहाडे हाजर नाजर अंग संग हो के गुरु नूं तुसीं सन्मुख हो के, गुरु दे सन्मुख हो के गुरु नूं अरदास करके ध्यान परमात्मा दे चरनां च लाओगे, उदों परमात्मा की प्राप्ति हुंदी है। नहीं इत्थे ध्यान बड़ियां ने लाया, अखीर महात्मा बुद्ध इस नतीजे ते पहुंचिया जदों इन्ना कठिन तप तपस्या समाधियां कर लईयां, रब नहीं मिलिया, फिर सारा कुछ ही छड्ड के सहज अवस्था च आ गए। जिन्हों महाराज ने कहा घाल ना मिलियो, सेव ना मिलियो, मिलियो आए अचिंता। पहला रब नूं मिलण दी इन्नी चिंता, इन्ना कुछ किया तां भी नहीं मिलिया, हुण अचनचेत अचिंत हो के कि उन्हें मिलना कि नहीं मिलना, जिहड़ा मेरा कर्म है उन्होंने याद करना, मैं सहज विच बैठा उन्होंने याद करांगा, उहदी मर्जी है, जदों मर्जी आके मिल ले, फिर प्राप्ति हुई। पर सतगुरु पातशाह ने सानू कल्लियां समाधियां लाउण वास्ते ध्यान नहीं दिता। पातशाह ने सानू कल्लियां एक खास थावां ते बैठ के ध्यान लाउण दी गल नहीं कीती। पातशाह कहंदे ध्यान हाँ शुरू तो बैठण तो ही करना है। पहला घर विच बैठ के जिवें हुण मत्था टेकण वास्ते प्रैक्टिकल आयो, इदां ही घर बैठ के सुरती नाल मत्था टेको, सुरती नाल गुरधामां दे दर्शन करो, सुरती नाल संगत विच हाजरियां भरो, हौली हौली फिर ध्यान गुरु चरनां विच जिवें मत्था टेक दो इवें लाउणा शुरू करो, ध्यान नाल बाणी पढ़नी शुरू करो। जदों ये ध्यान पक जांदा है, हौली हौली जिहड़ी चीज़ तुसीं सुरत दे हवाले कर दिंदे हो, फिर साडी सुरत साडा ध्यान हर वेले उसे चीज़ विच पिया रहिंदा जिहदा असीं ध्यान लाउने आ। फिर तां भगत नामदेव साहब कहंदे आ ध्यान इन्ना पक जांदा है, तुसीं जिन्ने मर्जी होर काम करी जाओ तुहाडा ध्यान नहीं टुटदा। उन्होंने 5 उदाहरण दित्तियां ने।
आनी ले कागद काटी ले गुडी आकाश मदे भरम लिए पंज जना स्यों बात बतौआ चीत सो डोरी राख ले। जिवें एक बच्चा गुड्डी चढ़ा रहा है, पतंग चढ़ा रहा है, 5-7 जणिਆਂ ਨਾਲ ਗੱਲਾਂ भी कर रहा है, इधर उधर भी वेख रहा, विच फोन भी सुन लैंदा है, पर उहदा ध्यान अपनी आसमान 'च चढ़ी हुई गुड्डी वल है। 5-7 जणिਆਂ ਨਾਲ ਗੱਲਾਂ ਕਰਨ ਤੋਂ ਬਾਅਦ भी उहदा ध्यान अपनी गुड्डी तो नहीं हटदा। सानू इहो जिहा ध्यान दिता गया जिन्हों भगत नामदेव साहब कह रहा, हाथ पाँव कर काम सब चीत निरंजन नाल। ध्यान गुरु कोले बैठ के शुरू कर, उस तो बाद ध्यान इन्ना पक जाए तू काम भी करे तो तेरा ध्यान भी लग्या रहे। मन राम नामा बेदी अले जैसे कनक कला चित मांडी अले। दूसरी उदाहरण सुनियारे की दिती है। सुनियारा जदों गहने कटदा है वह गाहक नाल गल्लां भी करदा है, आए गए नूं अटेंड भी करदा, पर ध्यान उहदा घट रहे गहणियां दे विच हुंदा है। गल्लां करदा वो अपना ध्यान अपने काम तो पासे नहीं करदा, गल्लां भी होई जांदियां, ध्यान नाल गहणे भी बना रहा है। साडा ध्यान इवें दा होवे। तीसरी उदाहरण महाराज कहंदे आनी ले कुंभ भराई ले उदक राज कुआर पुरंदरीए। भगत नामदेव साहब कहंदे पुराने समियां 'च साडियां धीआं भैणां मुटियारां जिथे कुदरती स्रोतां चों पानी, जिथे चश्मे चल रहे होण जां खूहां दा पानी होवे, उन्हां 5-7-10 जणियां ने घड़े लैके घरां तो जाना पानी भरन वास्ते। एक जानी कोल 3-3 घड़े हुंदे सी, 2 ने अपनी बगल च लैणे, तीसरा घड़ा जिहड़ा वो अपने सिर ते रखना। 2 घड़ियां नूं तां बाहां दा आसरा दिता होया है, तीसरा घड़ा सिर्फ सुरत दे नाल टिकिया होया है। जिधर नूं घड़ा टेढ़ा हुंदा उधर नूं सिर घुमा लैंदी आ, क्योंकि उहदा सारा ध्यान सिर ते पए घड़े वल है। तुरियां आउंदियां हासा ठट्ठा मखौल मजाक भी करदियां ने, गल्लां भी करदियां ने, इधर उधर वेखदियां, राह थेड़े कोई राह पुछदा उहनूं राह भी दसदियां, पर सिर ते पए होए घड़े नूं नहीं डुलण दिंदियां, क्योंकि ध्यान वो सिर ते पए घड़े विच लग्या होया है। इवें दा ध्यान होवे, तू काम भी करें पर ध्यान तेरा परमात्मा के चरणों में होवे। हस्त विनोद विचार करती है चीत सो गागर राखी अले। चित ओदा ध्यान ओदा अपनी गागर विच है। मंदिर एक द्वार 10 जाके गऊ चरावन छाड़ी अले। चौथी उदाहरण दी है जिमें एक ग्वाले ने एक बलगण विच गावां रखियां होईयां, एको ही दरवाजा है, किते गां उस दरवाजे दे विचों जदों बाहर निकल जाए, 10 द्वार ने, एक भी दरवाजे दे विचों बलगण चों गां बाहर चरण वास्ते चली जाए, पर उहदा ध्यान अपने बछरे दे विच हुंदा है, अपने उस बच्चे दे विच ध्यान पिया हुंदा है। महाराज कहंदे तेरा ध्यान भाई गुरसिखा एवें होवे, गुरु घर तो तू दूर भी होवें, काम कार लई तैनूं कई दिन दूर भी जाना पै जाए, पर तेरा ध्यान गुरु चरनां विच जुड़िया रवे। तू जिथे भी किवें होवें ध्यान नाल बैठा गुरु नूं वार-वार मत्था टेक रिहा होवें। पंजवीं उदाहरण कह रिहा कहत नामदेव सुनो तलोचन बालक पालन पौड़ी अले अंतर बाहर काज विरोधी चीत सो बारक राखी अले। जिवें एक मां अपने बच्चे नूं पंघूड़े विच पा के नाल नाल सारे घर दे काम करदी है, पर ध्यान ओदा अपने बच्चे वाल ही हुंदा है। कदों ओनूं भुख लगनी है, कदों ओनूं मैं खुराक देनी है, कदों ओनूं मैं जगाउणा ते कदों ओनूं ओदा सारा साਂਭ संभाल करना है। काम भी कर रही है ते ध्यान बच्चे विच है। महाराज कहंदे सिखा तेरा ध्यान इहो जिहा होवे, घर परिवार गृहस्थी दीआं जिम्मेवारियां निभाउंदा होया तेरा ध्यान गुरु चरनां विच जुड़िया रहे। अज उस ज्ञान ध्यान की गल महाराज ने कीती आ। विचार लंबी हो जाती है कई बार, पर ध्यान का विषय बड़ा अहम है। ध्यान तो बिना प्राप्ति नहीं है, मैं तां बेनती की है। जिन्नी देर तक बाणी च ध्यान नहीं लगेगा, जिन्नी देर तक बाणी ध्यान नाल नहीं पढ़ोगे, जिन्नी देर तक सेवा च ध्यान नहीं होएगा, जे तन इत्थे मन नहीं होएगा, प्राप्ति नहीं है। फिर तो भंग दियां कुरलियां ने, भंग अंदर जाएगी तो नशा होएगा ना, नहीं तो असीं बाणी दियां कुरलियां कर रहे हैं। इसे करके ही अज सिख का सवाल बहुतात गिणती च यही है जी, बाणी पढ़दे रस नहीं आ रहा, आनंद नहीं आ रहा, मन नहीं टिक रहा, कल्पना चिंता पिट ये मुक ही नहीं रहा। बाणी भी रोज़ पढ़दे हैं, उसका कारण यह है कि ध्यान नाल नहीं पढ़ी जा रही। घड़ियां वेख के पढ़ी जा रही है भी किन्ने समय च मैं पाठ करना है, फटाफट मैं कर ला, इन्ने बजे मैं उत्थे जाना, मैं आ काम करना। ध्यान तो उस तो अगले काम में पिया, हाथ च गुटका फड़िया, जेड़ा हाथ च फड़िया ध्यान उहदे च ला। एक एक अखर नूं ध्यान नाल अपने अंदर लैके जा, उस दिन तेरा मन टिकना शुरू होएगा। मन टिकेगा तो रस भी आना शुरू हो जाएगा। सतगुरु कृपा करन सारियां नूं अपने दर कर दी ते ज्ञान ध्यान की दात गरीबन वास्ते सतगुरु बख्शिश करन, जिस ज्ञान और ध्यान दे नाल असीं
ਸੌਖੇ ਔਰ ਸੁਚੱਜੇ ਤਰੀਕੇ ਨਾਲ ਧਰਮ ਵੀ ਕਮਾ ਸਕੀਏ, ਗੁਰਮਤਿ ਕਮਾ ਸਕੀਏ, ਸਿੱਖੀ ਕਮਾ ਸਕੀਏ, ਬਾਣੀ ਦਾ ਰਸ, ਸਿਮਰਨ ਦਾ ਰਸ, ਸੇਵਾ ਦਾ ਰਸ ਲੈ ਕੇ ਜਿਉਂਦੇ ਜੀਓ ਮੁਕਤੀ ਦੀ ਦਾਤ ਵੀ ਹਾਸਲ ਕਰ ਸਕੀਏ। ਤੇ ਜਿਹੜੇ ਅੰਮ੍ਰਿਤ ਰਸ ਦੀ ਗੱਲ ਬਾਣੀ ਵਿੱਚ ਵਾਰ-ਵਾਰ ਜਿਸ ਰਸ ਦੀ ਗੱਲ ਪਾਤਸ਼ਾਹ ਨੇ ਕੀਤੀ ਆ, ਉਸ ਰਸ ਨੂੰ ਵੀ ਮਾਣ ਸਕੀਏ। ਉਸ ਨੂੰ ਮਾਨਣ ਦਾ ਜ਼ਰੀਆ ਗਿਆਨ ਔਰ ਧਿਆਨ ਹੈ। ਆਓ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਅੱਜ ਪਾਵਨ ਪਵਿੱਤਰ ਸ਼ਬਦਾਂ ਵਿੱਚ ਕੀ ਉਪਦੇਸ਼ ਬਖਸ਼ਿਆ ਹੈ, ਉਹਨਾਂ ਦੀ ਪਾਵਨ ਪਵਿੱਤਰ ਵਿਚਾਰ ਨਾਲ ਜੁੜੀਏ ਜੀ। ਬੁਰਾ ਕਰੇ ਸੋ ਕੀਹਾ ਸਿਜੈ। ਹਾਂਜੀ, ਪਾਤਸ਼ਾਹ ਕਹਿ ਰਹੇ ਆ ਸਿੱਜੇ ਦਾ ਮਤਲਬ ਹੁੰਦਾ ਕਾਮਯਾਬ। ਜਿਹੜਾ ਕਿਸੇ ਦਾ ਬੁਰਾ ਕਰ ਰਿਹਾ ਹੈ, ਬੁਰਾ ਸੋਚ ਰਿਹਾ, ਜਿਹਨੂੰ ਪਾਤਸ਼ਾਹ ਕਹਿੰਦੇ ਆ ਪਰ ਕਾ ਬੁਰਾ ਨਾ ਰੱਖੋ ਚੀਤ। ਭਾਈ ਮਨ ਵਿੱਚ ਵੀ ਕਿਸੇ ਦਾ ਬੁਰਾ ਨਾ ਤੂੰ ਚਿਤਵ। ਪਾਤਸ਼ਾਹ ਜੇ ਚਿਤਵਾਂਗਾ ਕੀ ਹੋਏਗਾ? ਕਹਿੰਦੇ ਕਾਮਯਾਬ ਹੀ ਨਹੀਂ ਹੁੰਦਾ। ਜਿੰਨਾ ਮਰਜ਼ੀ ਯਤਨ ਕਰ ਲੈ, ਕਿਸੇ ਦਾ ਬੁਰਾ ਮੰਗਣ ਵਾਲਾ, ਕਿਸੇ ਦਾ ਬੁਰਾ ਚਿਤਵਣ ਵਾਲਾ, ਕਿਸੇ ਦਾ ਬੁਰਾ ਕਰਨ ਵਾਲਾ, ਕਿਸੇ ਦਾ ਬੁਰਾ ਕਰਾਉਣ ਵਾਲਾ, ਉਹ ਜ਼ਿੰਦਗੀ 'ਚ ਕਦੇ ਕਿਸੇ ਖੇਤਰ ਵਿੱਚ ਕਾਮਯਾਬ ਨਹੀਂ ਹੁੰਦਾ। ਸਾਨੂੰ ਕਈ ਵਾਰ ਭੁਲੇਖਾ ਪੈਂਦਾ ਵੀ ਬੰਦਾ ਬਹੁਤ ਮਾੜਾ, ਪਰ ਰੱਬ ਨੇ ਕਮੀ ਕੋਈ ਨਹੀਂ ਛੱਡੀ। ਉਹਦਾ ਪਿੱਛੇ ਕਰਮਾਂ ਦਾ ਹਿਸਾਬ ਕਿਤਾਬ ਵੀ ਚੱਲਿਆ ਆ ਰਿਹਾ ਹੈ। ਪਰ ਉਹ ਜਿਹੜੇ ਬੀਜ ਰਿਹਾ, ਜਿਹੜਾ ਕੁਛ ਉਹਨੇ ਇੰਨਾ ਇਕੱਠਾ ਕੀਤਾ, ਉਹਨੂੰ ਕੋਲੇ ਬੈਠ ਕੇ ਪੁੱਛ ਕੇ ਤਾਂ ਵੇਖੋ ਸ਼ਾਂਤੀ ਕਿੰਨੀ ਕੁ, ਉਹਨੂੰ ਉਹਦੇ ਮਨ ਨੂੰ ਸ਼ਾਂਤੀ ਕਿੰਨੀ ਕੁ, ਸੰਤੁਸ਼ਟੀ ਕਿੰਨੀ ਆ, ਘਰ ਪਰਿਵਾਰ 'ਚ ਤੰਦਰੁਸਤੀ ਕਿੰਨੀ ਕੁ ਹੈ। ਜਦੋਂ ਕੋਲ ਬੈਠੋਗੇ ਫਿਰ ਪਤਾ ਲੱਗੇਗਾ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਕੋਏ। ਫਿਰ ਲੱਗਦਾ ਇਨਸਾਨ ਨੂੰ ਇਹਦੇ ਨਾਲੋਂ ਤਾਂ ਅਸੀਂ ਵੀ ਚੰਗੇ ਹਾਂ। ਸਾਨੂੰ ਭੁਲੇਖਾ ਪੈ ਗਿਆ ਬੜਾ ਕਾਮਯਾਬ ਬੰਦਾ ਹੈ। ਮਹਾਰਾਜ ਕਹਿੰਦੇ ਕਿਸੇ ਦਾ ਮਨ 'ਚ ਬੁਰਾ ਰੱਖਣ ਵਾਲਾ, ਚਿਤਵਣ ਵਾਲਾ ਕਦੇ ਕਾਮਯਾਬ ਨਹੀਂ ਹੁੰਦਾ ਜੀ। ਆਪਣੇ ਰੋਹੇ ਆਪੇ ਹੀ ਤੱਜੈ। ਪਾਤਸ਼ਾਹ ਕਹਿਣ ਲੱਗੇ ਕਿ ਖੈ ਦੇ ਕਾਰਨ ਉਹ ਆਪਸ ਵਿੱਚ ਹੀ, ਉਹ ਮਨੁੱਖ ਜਿਹੜਾ ਹੈ ਆਪਣੇ ਗੁੱਸੇ ਦੀ ਅੱਗ ਵਿੱਚ ਮਾਇਆ ਦੀ ਖਾਤਰ ਝੱਲਾ ਹੋਇਆ ਫਿਰਦਾ ਰਹਿੰਦਾ ਹੈ। ਮਾਇਆ ਦੀ ਖਾਤਰ ਝੱਲਾ ਹੋਇਆ ਇਨਸਾਨ ਦੂਜਿਆਂ ਦਾ ਬੁਰਾ ਕਰਦਾ ਮਾਇਆ ਦੇ ਖਾਤਰ, ਕਿਉਂਕਿ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਪਾਪ ਬਿਨਾ ਮਾਇਆ ਇਕੱਠੀ ਨਹੀਂ ਹੁੰਦੀ। ਤੇ ਉਹ ਇਨਸਾਨ ਇੰਨੇ ਪਾਪਾਂ ਨਾਲ ਮਾਇਆ ਇਕੱਠੀ ਕਰਕੇ ਕਾਮਯਾਬ ਕਿਵੇਂ ਹੋਏਗਾ? ਤੇ ਮਾਇਆ ਦੇ ਵਿੱਚ ਝੱਲਾ ਹੋਇਆ ਇਨਸਾਨ ਆਪਣੇ ਆਪ ਦੀ ਗੁੱਸੇ ਦੀ ਅੱਗ ਵਿੱਚ ਸੜ ਕੇ ਆਪ ਹੀ ਖਤਮ ਹੋ ਰਿਹਾ ਹੈ ਜੀ। ਮਨ ਮੁਖ ਕਮਲਾ ਰਗੜਾ ਦੂਜੈ। ਪਾਤਸ਼ਾਹ ਕਹਿੰਦੇ ਦੁਨੀਆ ਦੇ ਝਗੜੇ ਝਮੇਲੇ ਵਿੱਚ ਹੋਰਨਾਂ ਨਾਲ ਖਹਿੰਦਾ ਰਹਿੰਦਾ, ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਿਕ ਜੀਵਨ ਦੇ ਹਰੇਕ ਭੇਤ ਨੂੰ ਸਮਝ ਜਾਂਦਾ ਹੈ। ਗੁਰਮੁਖ ਹੋਏ ਤਿਸ ਸਭ ਕਿਛ ਸੁਝੈ। ਜਿਹੜਾ ਗੁਰਮੁਖ ਹੋਵੇ, ਗੁਰੂ ਤੋਂ ਮਤ ਲੈ ਕੇ ਜਿਹੜਾ ਤੁਰਦਾ, ਉਹਨੂੰ ਹਰ ਗੱਲ ਦੀ ਸੋਝੀ ਹੈ, ਉਹਨੂੰ ਹਰ ਗੱਲ ਦੀ ਸਮਝ ਹੈ। ਉਹਨੂੰ ਪਤਾ ਵੀ ਮੇਰੇ ਲਈ ਕੀ ਚੰਗਾ, ਕੀ ਮਾੜਾ, ਕੀ ਬੁਰਾ ਤੇ ਕੀ ਭਲਾ, ਕੀ ਪਾਪ ਹੈ, ਕੀ ਪੁੰਨ ਹੈ। ਉਹ ਤਾਂ ਨਰ ਅਚੇਤ ਪਾਪ ਤੇ ਡਰ ਰਹੇ। ਉਹ ਤਾਂ ਅਰਦਾਸ ਇਹ ਕਰਦਾ, ਪਾਤਸ਼ਾਹ ਅਚਨਚੇਤ ਵੀ ਕੋਈ ਮੇਰੇ ਤੋਂ ਪਾਪ ਗੁਨਾਹ ਨਾ ਹੋ ਜਾਏ। ਜਾਣ ਬੁੱਝ ਕੇ ਤਾਂ ਕਰਨਾ ਕੀ ਹੈ, ਅਚਨਚੇਤ ਵੀ ਮੇਰੇ ਤੋਂ ਕੋਈ ਭੁੱਲ ਗਲਤੀ ਨਾ ਹੋ ਜਾਏ, ਕਿਉਂਕਿ ਮੈਨੂੰ ਸਮਝ ਲੱਗ ਗਈ ਅਨਕਾਏ ਰਤੜਿਆ ਵਾਟ ਦੁਹੇਲੀ ਰਾਮ। ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਰਨ ਵਾਲਿਆਂ ਦਾ ਕੋਈ ਨਾ ਇੱਥੇ ਬੇਲੀ ਬਣਦਾ ਤੇ ਨਾ ਕੋਈ ਉੱਥੇ ਬੇਲੀ ਬਣਦਾ ਹੈ ਜੀ। ਨਾਨਕ ਗੁਰਮੁਖ ਮਨ ਸਿਉ ਲੁੱਜੈ। ਸਤਿਗੁਰੂ ਕਹਿੰਦੇ ਗੁਰੂ ਦੀ ਸ਼ਰਨ ਪਏ ਰਹਿਣ ਵਾਲਾ ਇਨਸਾਨ ਆਪਣੇ ਮਨ ਨਾਲ ਟਾਕਰਾ ਕਰਦਾ ਰਹਿੰਦਾ ਹੈ। ਮਨ ਕਹਿੰਦਾ ਸ਼ਰਾਬ ਦੇ ਠੇਕੇ ਵੱਲ ਚੱਲ, ਉਹ ਕਹਿੰਦਾ ਨਹੀਂ ਗੁਰੂ ਵੱਲ ਚੱਲ। ਮਨ ਕਹਿੰਦਾ ਸ਼ਰਾਬ ਪੀਣੀ ਆ, ਉਹ ਕਹਿੰਦਾ ਨਹੀਂ ਅੰਮ੍ਰਿਤ ਪੀਣਾ। ਮਨ ਕਹਿੰਦਾ ਝੂਠ ਬੋਲਣਾ, ਕਹਿੰਦਾ ਨਹੀਂ ਸੱਚ ਬੋਲਣਾ। ਮਨ ਕਹਿੰਦਾ ਬੇਈਮਾਨੀ ਕਰੋ, ਕਹਿੰਦਾ ਨਹੀਂ ਇਮਾਨਦਾਰੀ ਸਿਖਾਈ ਹੈ ਗੁਰੂ ਨੇ। ਮਨ ਕਹਿੰਦਾ ਤੂੰ ਇਹਦਾ ਬੁਰਾ ਕਰ ਦਿਓ, ਕਹਿੰਦਾ ਨਹੀਂ ਗੁਰੂ ਤਾਂ ਮੇਰਾ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੇਰਾ ਗੁਰੂ ਮੈਨੂੰ ਭਲਾ ਕਰਨਾ ਸਿਖਾ ਰਿਹਾ, ਮੈਂ ਬੁਰਾ ਕਿਵੇਂ ਕਰਾਂ? ਗੁਰਮੁਖ ਇਨਸਾਨ, ਗੁਰੂ ਦੀ ਮੱਤ ਲੈਣ ਵਾਲਾ, ਆਪਣੇ ਮਨ ਨਾਲ ਹਰ ਵੇਲੇ ਇਹ ਝਗੜਾ ਝਮੇਲੇ 'ਚ ਪਿਆ ਰਹਿੰਦਾ, ਕਿਉਂਕਿ ਮਨ ਆਪਣੇ ਪਿੱਛੇ ਲਾ ਕੇ ਵਿਕਾਰ ਕਮਾਉਣ ਲਈ ਕਹਿ ਰਿਹਾ ਹੈ। ਮਨ ਆਪਣੇ ਪਿੱਛੇ ਲਾ ਕੇ ਪਾਪ ਕਮਾਉਣ ਵਾਸਤੇ ਕਹਿ ਰਿਹਾ। ਪਰ ਗੁਰੂ ਦਾ ਸਿੱਖ, ਗੁਰਮੁਖ ਜਿਹੜਾ ਸਨਮੁਖ ਰਹਿਣ ਵਾਲਾ, ਉਹ ਹਰ ਵੇਲੇ ਪਰ ਉਪਕਾਰਾਂ ਦੀ ਜ਼ਿੰਦਗੀ ਵਿੱਚ ਜਿਉਂਦਾ ਹੈ। ਜਿਨ੍ਹਾਂ ਸਤਿਗੁਰੂ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾਂਪੁਰਖ ਦੀ ਸ਼ਰਨ ਨਹੀਂ ਫੜੀ, ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਗੁਰੂ ਦੀ ਸੇਵਾ ਨਹੀਂ ਕੀਤੀ। ਕੁਝ ਵਿਦਵਾਨਾਂ ਨੇ ਅਰਥ ਸੇਵਾ ਕੀਤੀ ਆ, ਪਰ ਜਿੱਥੇ ਤਕਰੀਬਨ ਸਤਿਗੁਰ ਸੇਵੇ ਦੀ ਗੱਲ ਆਏਗੀ, ਉੱਥੇ ਬਹੁਤੀ ਵਾਰ ਅਰਥ ਹੀ ਬਣਦੇ ਵੀ ਸਤਿਗੁਰੂ ਦੀ ਸ਼ਰਨ ਵਿੱਚ ਪੈਣਾ, ਗੁਰੂ ਦੀ ਗੋਦੀ ਵਿੱਚ ਬੈਠਣਾ। ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਜਿਹੜੇ ਨਹੀਂ ਪਏ, ਜਿਨ੍ਹਾਂ ਨੇ ਸ਼ਬਦ ਵਿੱਚ ਆਪਣਾ ਮਨ ਨਹੀਂ ਜੋੜਿਆ ਜੀ। ਓਏ ਮਾਨਸ ਜੂਨ ਨਾਖੀਆਂ ਪਸ਼ੂ ਢੋਰ ਗਾਵਾਰ। ਮਹਾਰਾਜ ਕਹਿੰਦੇ ਉਹਨਾਂ ਨੂੰ ਮਾਨਸ ਦੇਵਤੇ ਜਿਹੜੇ, ਜਿਹਨੂੰ ਪਾਤਸ਼ਾਹ ਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ,
ਉਹਨਾਂ ਨੂੰ ਮਨੁੱਖ ਕਹਿਣਾ ਸ਼ਾਇਦ ਗੁਨਾਹ ਜਾਂ ਗਲਤੀ ਹੋ ਸਕਦੀ ਹੈ। ਉਹ ਤਾਂ ਜਿਹੜੇ ਗੁਰੂ ਸ਼ਬਦ ਤੋਂ ਸਖਣੇ ਨੇ, ਗੁਰੂ ਦੀ ਬਖਸ਼ਿਸ਼ ਤੋਂ ਸਖਣੇ ਨੇ, ਗੁਰੂ ਦੀ ਸ਼ਰਨ ਤੋਂ ਸਖਣੇ ਨੇ, ਉਹ ਪਸ਼ੂਆਂ ਵਰਗਾ ਉਹਨਾਂ ਦਾ ਜੀਵਨ ਹੈ। ਮਨੁੱਖਾ ਸ਼੍ਰੇਣੀ ਵਿੱਚ ਰਹਿੰਦੇ ਹੋਏ ਵੀ ਸਤਿਗੁਰੂ ਕਹਿੰਦੇ ਮੈਨੂੰ ਇਉਂ ਲੱਗਦਾ ਜਿਵੇਂ ਪਸ਼ੂ ਢੋਰ ਗਵਾਰ ਫਿਰ ਰਹੇ ਹੋਣ ਜੀ। ਨਾ ਅੰਤਰ ਗਿਆਨ ਨਾ ਧਿਆਨ ਹੈ, ਹਰ ਸਾਉ ਪ੍ਰੀਤ ਨਾ ਪਿਆਰ। ਉਹਨਾਂ ਮਨੁੱਖਾਂ ਦੇ ਅੰਦਰ ਆਤਮਿਕ ਜੀਵਨ ਦੀ ਕੋਈ ਸੂਝ ਨਹੀਂ ਹੈ, ਕੋਈ ਗਿਆਨ ਨਹੀਂ ਹੈ, ਕੋਈ ਧਿਆਨ ਨਹੀਂ ਹੈ, ਕੋਈ ਆਪਣੇ ਪਰਾਏ ਦਾ, ਕੋਈ ਚੰਗੇ ਮਾੜੇ ਬੁਰੇ ਭਲੇ ਦਾ ਕੁਝ ਵੀ ਨਹੀਂ ਪਤਾ ਵੀ ਕਿਹੜੇ ਕਰਮ ਮੈਂ ਕਰਨੇ ਆ ਕਿਹੜੇ ਨਹੀਂ ਕਰਨੇ। ਮਾਇਆ ਨੇ ਝੱਲਾ ਕੀਤਾ ਪਿਆ। ਮਾਇਆ ਗੁਰੂ ਕੋਲ ਆਉਣ ਨਹੀਂ ਦਿੰਦੀ, ਜੇ ਆ ਵੀ ਜਾਏ ਗੁਰੂ ਦੀ ਗੱਲ ਨਹੀਂ ਸੁਣ ਦਿੰਦੀ। ਹੁਣ ਗੁਰੂ ਕੋਲੇ ਆਏਗਾ, ਬੈਠੇਗਾ, ਗੁਰੂ ਦੀ ਗੱਲ ਸੁਣੇਗਾ, ਗੁਰੂ ਨੇ ਦੱਸਣਾ ਨਾ ਵੀ ਭਾਈ ਆਹ ਕੰਮ ਚੰਗਾ ਤੇ ਆ ਮਾੜਾ ਹੈ। ਉਹ ਸੁਣਨਾ ਹੀ ਨਹੀਂ, ਕਿਉਂਕਿ ਮਨ ਦੇ ਉੱਤੇ ਮਾਇਆ ਨੇ ਪੜਦਾ ਹੀ ਇਹੋ ਜਿਹਾ ਪਾਇਆ ਜਿਵੇਂ ਪੱਥਰ ਸੈਂਕੜੇ ਸਾਲ ਵੀ ਪਾਣੀ 'ਚ ਪਿਆ ਰਵੇ, ਉਹ ਗਿੱਲਾ ਨਹੀਂ ਹੁੰਦਾ, ਨਰਮ ਨਹੀਂ ਹੁੰਦਾ। ਬਸ ਮਨ ਦੀ ਹਾਲਤ ਵੀ ਕਈ ਵਾਰ ਇਹੋ ਜਿਹੀ ਬਣੀ ਜਾਪਦੀ ਹੈ। ਮਾਇਆ ਨੇ ਇੰਨੀ ਕੁ ਗੂੜੀ ਆਪਣੀ ਪਰਤ ਇਸ ਮਨ ਤੇ ਚੜਾ ਦਿੱਤੀ ਤੇ ਕਈ ਸਾਲ ਸੰਗਤ ਵਿੱਚ ਬੈਠਾ ਵੀ ਉਵੇਂ ਦਾ ਉਵੇਂ ਹੀ ਰਹਿੰਦਾ ਜਿਵੇਂ ਪਹਿਲੇ ਦਿਨ ਆਇਆ ਸੀ। ਕਈ ਵਾਰ ਇੰਨਾ ਲੰਬਾ ਸਮਾਂ ਆ ਕੇ ਵੀ ਇਹਦੀ ਪ੍ਰਾਪਤੀ ਨਹੀਂ ਹੁੰਦੀ। ਪਰ ਸਤਿਗੁਰੂ ਕਹਿੰਦੇ ਨਿਰਾਸ਼ ਨਹੀਂ ਹੋਣਾ, ਆਉਂਦਾ ਰਹਿ, ਪੂਰਨ ਭਰੋਸਾ ਬਣਾ ਕੇ ਆ। ਜਦੋਂ ਗੁਰੂ ਨੂੰ ਵੀ ਇਸ ਗੱਲ ਦਾ ਲੱਗ ਜਾਂਦਾ ਕਿ ਇਹ ਮੇਰੀ ਆਸ ਤੇ ਬੈਠਾ ਹੈ, ਮੇਰੇ ਭਰੋਸੇ ਤੇ ਬੈਠਾ, ਫਿਰ ਸਤਿਗੁਰੂ ਤਾਂ ਇੱਕ ਨਿਮਖ ਵਿੱਚ ਸਾਰੇ ਪਾਪਾਂ ਦੀ ਮੈਲ ਉਤਾਰ ਕੇ ਆਪਣੇ ਚਰਨਾਂ ਨਾਲ ਜੋੜ ਰਹਿੰਦੇ ਆ। ਪਰ ਜਿਹੜੇ ਸ਼ਬਦ ਤੋਂ ਵੀ ਹੋਣੇ ਆ ਉਹਨਾਂ ਨੂੰ ਪਰਮਾਤਮਾ ਦੇ ਘਰ ਦਾ ਨਾ ਕੋਈ ਗਿਆਨ ਪਤਾ ਹੈ, ਨਾ ਕਿਸੇ ਧਿਆਨ ਦੀ ਸੋਝੀ ਹੈ, ਨਾ ਕੋਈ ਆਤਮਿਕ ਜੀਵਨ ਦੀ ਸੋਝ ਹੈ ਜੀ ਉਹਨਾਂ ਨੂੰ। ਮਨ ਮੁਖ ਮੂਏ ਵਿਕਾਰ ਮਹਿ, ਮਰ ਜਮਹਿ ਬਾਰੋ ਬਾਰ। ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਭੂ ਨਾਲ ਉਹਨਾਂ ਦਾ ਪ੍ਰੇਮ ਪਿਆਰ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਿਕਾਰਾਂ ਵਿੱਚ ਹੀ ਆਤਮਿਕ ਮੌਤ ਜਿਹੜੀ ਆ ਉਹ ਸਹੇੜ ਕੇ ਰੱਖਦੇ ਨੇ। ਪਲ ਪਲ ਉਹ ਆਤਮਿਕ ਤੌਰ ਤੇ ਮਰ ਰਹੇ ਨੇ। ਜਿਹਨੂੰ ਮਾਰੇ ਨੇ ਕਿਹਾ ਆਖਾਂ ਜੀਵਾਂ ਵਿਸਰੈ ਮਰ ਜਾਓ। ਸਰੀਰਕ ਮੌਤ ਤਾਂ ਇੱਕ ਦਿਨ ਆਉਣੀ ਹੈ, ਪਰ ਪਰਮਾਤਮਾ ਨਾਲੋਂ ਵਿਛੜ ਕੇ ਇਨਸਾਨ ਹਰ ਪਲ ਮਰ ਰਿਹਾ ਹੈ। ਪਰਮਾਤਮਾ ਤੋਂ ਦੂਰ ਜਾ ਕੇ ਹਰ ਪਲ ਉਹਦੀ ਮੌਤ, ਹਰ ਸਕਿੰਟ ਹਰ ਮਿੰਟ ਤੇ ਉਹਦੀ ਮੌਤ ਹੋ ਰਹੀ ਹੈ। ਆਪਣੇ ਮਨਾਂ 'ਚ ਅੱਜ ਚਾਹ ਤੇ ਜ਼ਰੂਰ ਮਾਰ ਕੇ ਜਾਇਓ ਕਿ ਸਾਡਾ ਵੀ ਜੇ ਗੁਰੂ ਨਾਲੋਂ ਵਿਛੋੜਾ ਪੈ ਰਿਹਾ ਤੇ ਚੇਤੇ ਰੱਖਿਓ ਆਤਮਿਕ ਮੌਤ ਸਾਡੀ ਵੀ ਹੋ ਰਹੀ ਹੈ। ਆਤਮਿਕ ਤੌਰ ਤੇ ਜਿਉਣਾ ਚਾਹੁੰਦੇ ਹੋ, ਗੁਰੂ ਨੂੰ ਯਾਦ ਰੱਖਣਾ ਪਏਗਾ, ਚੇਤੇ ਰੱਖਣਾ ਪਏਗਾ। ਆਪਣੀ ਸੁਰਤ ਹਰ ਵੇਲੇ ਗੁਰੂ ਨਾਲ ਜੋੜ ਕੇ ਰੱਖਣੀ ਪਏਗੀ। ਨਹੀਂ ਗੁਰੂ ਵਿਹੋਣੇ ਲੋਕ ਵਿਕਾਰਾਂ ਦੇ ਵਿੱਚ ਪੈ ਕੇ ਆਤਮਿਕ ਮੌਤ ਸਹੇੜੀ ਰੱਖਦੇ ਹਨ। ਜੀਵ ਦਇਆ ਨੂੰ ਮਿਲੈ ਸੋ ਜੀਵ ਦੇ, ਹਰ ਜਗ ਜੀਵਨ ਹੁਰ ਧਾਰ। ਪਾਤਸ਼ਾਹ ਕਹਿੰਦੇ ਵਿਕਾਰਾਂ ਵਿੱਚ ਰਹਿਣ ਵਾਲੇ ਉਹਨਾਂ ਲਈ ਫਿਰ ਜਨਮ ਮਰਨ ਦਾ ਗੇੜ ਵੀ ਤਿਆਰ ਰਹਿੰਦਾ ਹੈ, ਕਿਉਂਕਿ ਆਸਾਂ ਵਾਸ਼ਨਾਵਾਂ ਦੇ ਆਧਾਰ ਤੇ ਹੀ ਅਗਲਾ ਜੀਵਨ ਮਿਲਣਾ। ਜਿਹਨੇ ਸਾਰੀ ਜ਼ਿੰਦਗੀ ਵਾਸ਼ਨਾਵਾਂ 'ਚ ਲੰਘਾਈ ਹੈ, ਅੰਤ ਵੇਲੇ ਵੀ ਧਿਆਨ ਵਾਸ਼ਨਾ 'ਚ ਹੋਏਗਾ ਤੇ ਫਿਰ ਉਹੋ ਜਿਹੇ ਉਹਨਾਂ ਨੂੰ ਜਾਮੇ ਮਿਲਦੇ ਆ। ਮਹਾਰਾਜ ਕਹਿੰਦੇ ਜਿਹੜਾ ਵੀ ਮਨੁੱਖ ਆਤਮਿਕ ਜੀਵਨ ਵਾਲੇ ਮਨੁੱਖਾਂ ਨੂੰ ਮਿਲਦਾ ਹੈ, ਉਹ ਸਾਰੇ ਹੀ ਜਗਤ ਦੇ ਜੀਵਨ ਹਰੀ ਨੂੰ ਹਿਰਦੇ ਵਿੱਚ ਵਸਾ ਕੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ। ਗੁਰੂ ਨਾਨਕ ਗੁਰਮੁਖ ਸੋਹਣੇ, ਤਿਤ ਸੱਚਾ ਦਰਬਾਰ। ਪਾਤਸ਼ਾਹ ਕਹਿੰਦੇ ਆ ਹੇ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉਸ ਸਦਾ ਥਿਰ ਰੱਬੀ ਦਰਬਾਰ ਵਿੱਚ ਸ਼ੋਭਾ ਖੱਟਦੇ ਹਨ। ਜਿਹੜੇ ਸਹੀ ਮੁਖ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਵੇਂ ਆਪ ਜੀ ਸੰਗਤ ਵਿੱਚ ਬੈਠ ਕੇ ਲਾਹ ਖੱਟ ਰਹੇ ਹੋ, ਇੱਥੇ ਵੀ ਗੁਰੂ ਦੀਆਂ ਬਖਸ਼ਿਸ਼ਾਂ ਤੁਸੀਂ ਮਾਣ ਰਹੇ ਹੋ। ਮਹਾਰਾਜ ਕਹਿੰਦੇ ਜਦੋਂ ਉਹਨਾਂ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਜਾਣਾ ਗਏ, ਉੱਥੇ ਵੀ ਉਹਨਾਂ ਨੂੰ ਪਰਮਾਤਮਾ ਦੇ ਘਰ ਦੀ ਸੋਝੀ ਮਿਲਦੀ ਹੈ। ਜਿਹੜੇ ਗੁਰਸਿੱਖ, ਜਿਹੜੇ ਗੁਰਮੁਖ ਜਿਉੜੇ, ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਹਰ ਵੇਲੇ ਗੁਰੂ ਨੂੰ ਆਪਣੀ ਸੁਰਤ ਵਿੱਚ ਵਸਾ ਕੇ ਰੱਖਦੇ ਆ, ਉਹ ਜੀਵਨ ਵਿੱਚ ਸੋਭਾ ਖੱਟਦੇ ਹਨ। ਆਪਣਾ ਇਹ ਲੋਕ ਸੁਖੀ ਤੇ ਪਰਲੋਕ ਸੁਹੇਲਾ ਕਰਕੇ ਤੁਰਦੇ ਹਨ। ਜਿਨ੍ਹਾਂ ਨੇ ਲੋਕ ਵੀ ਸੁਹੇਲਾ ਕੀਤਾ, ਪਰਲੋਕ ਵੀ ਸੁਹੇਲਾ ਕੀਤਾ, ਉਹਨਾਂ ਮਹਾਨ ਗੁਰਸਿੱਖ, ਮਹਾਨ ਮਰ ਜੀਵੜਿਆਂ, ਮਹਾਨ ਕੌਮੀ ਪਰਵਾਨਿਆਂ ਦੀਆਂ ਲੰਬੀਆਂ ਕਥਾਵਾਂ ਨੇ। ਲੇਕਿਨ ਆਪਾਂ ਪੰਛੀ ਝਾਤ ਉਹਨਾਂ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰਨੀ ਹੈ। ਕੱਲੂ ਘਾਰਿਆਂ ਵਿੱਚੋਂ ਨਿਕਲੀ ਹੋਈ ਸਾਡੀ ਕੌਮ ਹੈ। ਸਾਕੇ ਵੀ ਵਾਪਰੇ, ਕੱਲੂ ਘਾਰੇ ਵੀ ਹੋਏ, ਕਤਲੇਆਮ ਵੀ ਹੋਏ, ਬੜਾ ਕੁਝ ਹੋਇਆ ਸਾਡੇ ਨਾਲ। ਕੱਲੂ ਘਾਰੇ ਦਾ ਮਤਲਬ ਹੁੰਦਾ ਹੈ ਜਿੱਥੇ ਕੁਝ ਕੁ ਹਥਿਆਰਬੰਦ ਸਿੱਖਾਂ ਦੀ ਆੜ ਵਿੱਚ ਮਾਸੂਮ ਤੇ ਮਜ਼ਲੂਮਾਂ ਨੂੰ ਵੀ ਮਾਰਿਆ ਜਾਵੇ, ਉਹਨੂੰ ਕੱਲੂ ਘਾਰਾ ਕਿਹਾ ਜਾਂਦਾ ਹੈ। ਕੁਝ ਕੁ ਆਪਣੀ ਕੌਮ ਦੀ ਹਿਫਾਜ਼ਤ ਹਥਿਆਰਾਂ ਨਾਲ ਕਰ ਰਹੇ ਹੋਣ, ਲੇਕਿਨ ਉਹਨਾਂ ਹਥਿਆਰਬੰਦਾਂ ਦੀ ਆੜ ਦੇ ਵਿੱਚ
ਵੱਡੀ ਗਿਣਤੀ ਵਿੱਚ ਵੀ, ਜਿਹਦੇ ਵਿੱਚ ਬਜ਼ੁਰਗ ਵੀ ਹੋਣ, ਮਾਤਾਵਾਂ ਵੀ ਹੋਣ, ਸੋਟੀ ਨਾਲ ਤੁਰਨ ਵਾਲੇ ਹੋਣ, ਜਿਹਦੇ ਨਾਲ ਛੋਟੇ ਛੋਟੇ ਬੱਚੇ ਮਾਸੂਮ ਹੋਣ, ਉਹਨਾਂ ਹਥਿਆਰਬੰਦਾਂ ਦੀ ਆੜ ਵਿੱਚ ਉਹ ਸਾਰਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ। ਉਹਨੂੰ ਘੱਲੂਘਾਰਾ ਕਿਹਾ ਜਾਂਦਾ ਹੈ। ਪਰ ਘੱਲੂਘਾਰਿਆਂ ਵਿੱਚੋਂ ਕੌਮ ਜਿੱਥੇ ਸਰੀਰਕ ਤੌਰ ਤੇ ਅਸੀਂ ਬੜਾ ਕੁਝ ਗਵਾਇਆ ਹੈ, ਉੱਥੇ ਚੇਤਨ ਰੂਪ ਦੇ ਵਿੱਚ ਅਸੀਂ ਬੜਾ ਕੁਝ ਹਾਸਲ ਵੀ ਕੀਤਾ ਹੈ। ਪਹਿਲਾ ਘੱਲੂਘਾਰਾ, ਜਿਹਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ, ਸਨ 1746 ਵਿੱਚ ਕਾਹਨੂੰਵਾਨ ਦੇ ਸ਼ੰਭ ਵਿੱਚ ਵਰਤਦਾ ਹੈ। ਤੇ ਜਿਹੜਾ ਵੱਡਾ ਘੱਲੂਘਾਰਾ ਹੈ ਉਹ ਕੋਪਰ ਹੀੜੇ ਦੀ ਧਰਤੀ ਸਨ 1762 ਮਲੇਰਕੋਟਲੇ ਦੇ ਕੋਲ ਇੱਥੇ ਵਾਪਰਦਾ ਹੈ। ਤੀਜਾ ਘੱਲੂਘਾਰਾ ਜੂਨ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਵਾਪਰਦਾ ਹੈ। ਸਿਰਫ ਅੱਜ ਅਸੀਂ ਗੱਲ ਵੱਡੇ ਘੱਲੂਘਾਰੇ ਦੀ ਕਰਨੀ ਹੈ। ਅਹਿਮਦ ਸ਼ਾਹ ਅਬਦਾਲੀ ਹਲ ਕਰਦਾ ਭਾਰਤ ਦੀ ਧਰਤੀ ਵੱਲ ਨੂੰ ਆ ਰਿਹਾ, ਉਹਨੂੰ ਸਮਝ ਆ ਗਈ। ਉਹ ਨਾਦਰ ਸ਼ਾਹ ਦੁਰਾਨੀ ਦਾ ਇੱਕ ਜਰਨੈਲ ਸੀ। ਉਹਨੂੰ ਦੁਰਾਨੀ ਦੇ ਨਾਲ ਰਹਿੰਦਿਆਂ ਪਤਾ ਲੱਗਿਆ ਵੀ ਹਿੰਦੁਸਤਾਨ ਵਿੱਚ ਦੋ ਚੀਜ਼ਾਂ ਬਹੁਤ ਵੱਡੀ ਤਾਦਾਦ ਵਿੱਚ ਨੇ। ਇੱਕ ਇੱਥੇ ਪੈਸਾ, ਧਨ ਦੌਲਤ, ਹੀਰੇ ਜਵਾਹਰਾਤ, ਸੋਨਾ ਚਾਂਦੀ, ਇਹਦੀ ਕੋਈ ਕਮੀ ਨਹੀਂ। ਦੂਸਰਾ ਇੱਥੇ ਜੋਬਨ ਦੀ ਕੋਈ ਕਮੀ ਨਹੀਂ। ਆ ਦੋ ਚੀਜ਼ਾਂ ਇਸ ਦੇਸ਼ ਦੀਆਂ ਵੈਰੀ ਬਣ ਕੇ ਸਾਬਤ ਹੋਈਆਂ ਨੇ। ਧਨ ਜੋਬਨ ਦੋਏ ਵੈਰੀ ਹੋਏ। ਇਹ ਦੋਨੇ ਜਾਣੇ ਵੈਰੀ ਹੋਏ। ਇਹ ਦੋਨਾਂ ਨੇ ਹਿੰਦੁਸਤਾਨ ਤੇ ਜਿੰਨੇ ਹਮਲੇ ਕਰਾਇਆ, ਹਮਲਿਆਂ ਦਾ ਵਿਚਲਾ ਕਾਰਨ ਇਹ ਦੋ ਚੀਜ਼ਾਂ ਸਾਡੇ ਕੋਲੇ ਵੱਡੀ ਮਾਤਰਾ 'ਚ ਸੀ, ਜਿਹਦੀ ਕਰਕੇ ਜਿਹੜਾ ਵੀ ਇੱਕ ਵਾਰੀ ਭਾਵੇਂ ਉਹ ਕਾਬਲ ਕੰਧਾਰਾਂ ਵਿੱਚੋਂ ਰਾਜਾ ਉੱਠਦਾ, ਭਾਵੇਂ ਉਹ ਵਿਦੇਸ਼ਾਂ 'ਚ ਉੱਠਦਾ, ਉਹਦਾ ਧਿਆਨ ਹਿੰਦੁਸਤਾਨ ਔਰ ਪੰਜਾਬ ਵੱਲ ਜ਼ਿਆਦਾ ਹੁੰਦਾ ਸੀ। ਅਹਿਮਦ ਸ਼ਾਹ ਅਬਦਾਲੀ ਨੇ ਬੜੇ ਹਮਲੇ ਕੀਤੇ, ਪਰ ਜਦੋਂ ਵੀ ਇਹ ਹਮਲਾ ਕਰਕੇ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਜਾਂਦਾ ਹੈ, ਇੱਕੋ ਹੀ ਇੱਕ ਕੌਮ ਹੈ ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਚੋਰਾਂ ਨੂੰ ਮੋਰ। ਅਬਦਾਲੀ ਚੋਰ ਹੈ। ਹਿੰਦੁਸਤਾਨ ਦਾ ਧਨ, ਮਾਲ, ਸਵਾਬ, ਇੱਥੋਂ ਦੀਆਂ ਬਹੂ ਬੇਟੀਆਂ, ਇੱਥੋਂ ਦੀ ਇੱਜ਼ਤ ਲੁੱਟ ਕੇ ਲੈ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੂਲਾ ਪੰਥ ਇਹਨੂੰ ਲਾਹੌਰ ਤੋਂ ਪਹਿਲਾਂ ਇਹੋ ਜਿਹੇ ਲੋਹੇ ਦੇ ਚਣੇ ਚਵਾਉਂਦੇ ਆ, ਇਹਨੂੰ ਕੁੱਟਦੇ ਆ, ਇਹਨੂੰ ਮਾਰਦੇ ਆ, ਇਹਨੂੰ ਭਜਾਉਂਦੇ ਆ, ਤੇ ਜੋ ਕੁਝ ਲੁੱਟ ਕੇ ਲਿਜਾ ਰਿਹਾ ਹੁੰਦਾ ਉਹ ਸਾਰਾ ਕੁਝ ਵਾਪਸ ਵੀ ਕਰਾਉਂਦੇ ਆ। 2200 ਲੜਕੀਆਂ ਇੱਕ ਦਿਨ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਵਰਗਿਆਂ ਨੇ ਹਿੰਦੁਸਤਾਨ ਦੀਆਂ 2200 ਬੱਚੀਆਂ ਅਬਦਾਲੀ ਦੇ ਪੰਜੇ ਵਿੱਚੋਂ ਛਡਾ ਕੇ ਬਾਇੱਜ਼ਤ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਂਦੀਆਂ। ਔਰ ਯਾਦ ਰੱਖਿਓ, ਇਹਨਾਂ 2200 ਬੱਚੀਆਂ ਵਿੱਚੋਂ ਇੱਕ ਵੀ ਬੱਚੀ ਸਿੱਖਾਂ ਦੀ ਨਹੀਂ ਹੈ। ਇੱਕ ਵੀ ਬੱਚੀ ਸਿੱਖਾਂ ਦੀ ਨਹੀਂ। ਜਿਨ੍ਹਾਂ ਦੀਆਂ ਬੱਚੀਆਂ ਛਡਾਈਆਂ ਉਹ ਸਿੱਖਾਂ ਦੇ ਮਜ਼ਾਕ ਵੀ ਕਰ ਰਹੇ ਆ ਵੀ ਸਿੱਖਾਂ ਦੇ 12 ਵੱਜ ਗਏ। 12 ਵਜੇ ਦੇ ਅਰਥ ਬੜੇ ਗੰਭੀਰ ਹੈ। 12 ਵਜਣ ਦੀ ਵਿਆਖਿਆ ਬੜੀ ਗੰਭੀਰ ਹੈ। ਅਬਦਾਲੀ, ਨਾਦਰ ਸ਼ਾਹ ਦੁਰਾਨੀ, ਮੁਲਾਨੀ, ਜਿਹੜੇ ਬੇਗਮ ਮੁਲਾਨੀ ਵਰਗੇ, ਮੀਰ ਮੰਨੂ ਵਰਗੇ, ਜ਼ਕਰੀਆ ਖਾਨ ਵਰਗੇ ਆਪਣੀ ਕੌਮ ਨੂੰ, ਆਪਣੀ ਫੌਜ ਨੂੰ ਹਰ ਵੇਲੇ ਆਗਾਹ ਕਰਦੇ ਰਹਿੰਦੇ ਆ, ਸੁਚੇਤ ਕਰਦੇ ਰਹਿੰਦੇ ਆ। ਵਾਰ-ਵਾਰ ਨਗਾਰੇ ਤੇ ਡਗਾ ਮਾਰ ਕੇ ਕਹਿੰਦੇ ਆ, ਹੁਸ਼ਿਆਰ ਰਹੋ, ਸਿੱਖਾਂ ਦੇ 12 ਵੱਜਣ ਵਾਲੇ ਨੇ। ਜਦੋਂ ਰਾਤ ਦੇ 12 ਵੱਜਣੇ ਆ, ਜਿਹੜਾ ਕੁਝ ਅਸੀਂ ਲੁੱਟ ਕੇ ਚੱਲੇ ਉਹਨਾਂ ਨੇ ਵਾਪਸ ਲੈਣ ਵਾਸਤੇ ਆਉਣਾ ਹੈ। 12 ਸਾਡੇ ਵੱਜਦੇ ਸੀ, ਹਿੰਦੁਸਤਾਨ ਦੀ ਇੱਜ਼ਤ ਵਾਪਸ ਆਉਂਦੀ ਸੀ। 12 ਸਾਡੇ ਵੱਜਦੇ ਸੀ, ਹਿੰਦੁਸਤਾਨ ਦਾ ਲੁੱਟਿਆ ਹੋਇਆ ਧਨ ਦੌਲਤ ਸਿੱਖ ਵਾਪਸ ਲਿਆਉਂਦੇ ਸੀ। ਜਦੋਂ ਹੀ 12 ਵੱਜਣੇ ਦੁਸ਼ਮਣ ਦੀ ਨੀਂਦ ਹਰਾਮ ਹੋ ਜਾਂਦੀ ਸੀ। ਸਿੱਖ ਇਹੋ ਜਿਹੇ ਭੁੱਖੇ ਸ਼ੇਰਾਂ ਦੀ ਤਰ੍ਹਾਂ ਉਹਨਾਂ ਦੇ ਕੈਂਪਾਂ 'ਤੇ ਹਮਲਾ ਕਰਦੇ, ਜੋ ਕੁਝ ਲੁੱਟਿਆ ਸਾਰਾ ਕੁਝ ਵਾਪਸ ਲੈ ਆਉਂਦੇ ਸਨ। ਤੇ ਜਦੋਂ ਵੀ ਸਾਨੂੰ ਮਾਰਿਆ ਜਾਂ ਮਰਵਾਇਆ, ਜਦੋਂ ਵੀ ਸਾਡਾ ਨੁਕਸਾਨ ਹੋਇਆ ਜਾਂ ਨੁਕਸਾਨ ਕਰਾਇਆ, ਉਹ ਸਾਡੇ ਆਪਣਿਆਂ ਨੇ ਕਰਾਇਆ। ਤੇ ਕਹਿੰਦੇ ਨੇ ਜਿਵੇਂ ਇੱਕ ਦਰਖਤ ਨੂੰ ਇੱਕ ਕੁਹਾੜਾ ਕੱਟਣ ਲੱਗਿਆ, ਜਿਵੇਂ ਹੀ ਪਹਿਲਾ ਟੱਕ ਵੱਜਿਆ ਉਸ ਦਰਖਤ ਦੇ ਵਿੱਚੋਂ ਸਿਮ ਕਰਕੇ ਪਾਣੀ ਨਿਕਲਿਆ। ਦੇਖਣ ਵਾਲਿਆਂ ਨੂੰ ਪ੍ਰਤੀਤ ਇਹ ਹੋਇਆ ਵੀ ਇਹ ਦਰਖਤ ਰੋ ਰਿਹਾ ਹੈ। ਇਹ ਦਰਖਤ ਦੀਆਂ ਅੱਖਾਂ 'ਚ ਪਾਣੀ ਆ ਗਿਆ, ਇਹ ਰੋ ਰਿਹਾ ਕਿਉਂਕਿ ਸੱਟ ਵੱਜੀ ਆ, ਰੋਣਾ ਤਾਂ ਹੈ ਹੀ ਆ। ਕੁਝ ਦਾਨੇ ਆਲਮ ਫਾਜ਼ਲ ਕੋਲ ਖੜੇ ਸਨ, ਕਵੀ ਲੋਕ ਕੋਲ ਖੜੇ ਸਨ। ਉਹਨਾਂ ਦਰਖਤ ਨੂੰ ਪੁੱਛਿਆ ਕਿ ਤੇਰੇ ਤੇ ਬੜੀ ਕੱਕਰ, ਬੜੀ ਤਕੜੀ ਤੇਰੇ ਤੇ ਸਰਦੀ ਪੈਂਦੀ ਆ, ਤੂੰ ਉਦੋਂ ਨਹੀਂ ਰੋਂਦਾ? ਬੜੀ ਤੇਰੇ ਤੇ ਗਰਮ ਲੂ ਪੈਂਦੀ ਆ, ਤੂੰ ਉਦੋਂ ਨਹੀਂ ਰੋਂਦਾ? ਬੜੇ ਤੂਫਾਨ ਆਉਂਦੇ ਆ, ਤੈਨੂੰ ਕਈ ਵਾਰ ਜੜ੍ਹਾਂ ਤੋਂ ਹਿਲਾ ਕੇ ਹਲੂਣਾ ਦੇ ਜਾਂਦੇ ਆ, ਤੂੰ ਉਦੋਂ ਵੀ ਨਹੀਂ ਰੋਂਦਾ? ਤੇਰੇ ਤੇ ਲੋਕ ਕਈ ਵਾਰ ਵੱਟੇ ਮਾਰਦੇ ਆ, ਤੂੰ ਉਦੋਂ ਨਹੀਂ ਰੋਂਦਾ? ਲੋਕ ਤੇਰੇ ਤੇ ਪੀਂਘਾਂ ਪਾ ਕੇ ਝੂਟ ਲੈਂਦੇ ਆ, ਤੂੰ ਉਦੋਂ ਨਹੀਂ ਰੋਂਦਾ? ਅੱਜ ਮਾੜਾ ਜਿਹਾ ਨਿੱਕਾ ਜਿਹਾ ਟੱਕ ਵੱਜਿਆ, ਅੱਜ ਕਿਉਂ ਰੋ ਪਿਆ? ਅੱਜ ਕਿਉਂ ਰੋ ਪਿਆ? ਤੇ ਉਹ ਦਰਖਤ ਨੇ ਰੋਂਦੇ ਹੋਏ ਨੇ ਜਵਾਬ ਦਿੱਤਾ ਸੀ, ਕਹਿੰਦਾ ਰੋਣਾ ਤਾਂ ਮੈਨੂੰ ਪਿਆ, ਮੇਰਾ ਰੋਣਾ ਬਣਦਾ ਵੀ ਆ। ਕਿਉਂ? ਕਹਿੰਦਾ ਇਹ ਕਸੂਰ ਕੁਹਾੜੇ ਦਾ ਨਹੀਂ, ਜਿਸ ਕੁਹਾੜੇ ਨਾਲ ਮੇਰੀਆਂ ਜੜ੍ਹਾਂ ਨੂੰ ਟੱਕ ਵੱਜਿਆ, ਇਸ ਕੁਹਾੜੇ 'ਚ ਪਿਆ ਹੋਇਆ ਦਸਤਾ ਮੇਰਾ ਆਪਣਾ ਹੈ।
ਅੱਜ ਰੋਣਾ ਤਾਂ ਨਿਕਲ ਗਿਆ, ਮੇਰਾ ਪਾਲਿਆ ਹੋਇਆ ਮੇਰੀਆਂ ਹੀ ਜੜਾਂ ਵੱਢਣ ਵਾਸਤੇ ਆ ਗਿਆ। ਸਿੱਖੀ ਨੂੰ ਜਦੋਂ ਵੀ ਕਿਸੇ ਨੇ ਮਾਰਿਆ ਤਾਂ ਸਾਡੇ ਆਪਣਿਆਂ ਦੇ ਹੱਥੋਂ ਨੁਕਸਾਨ ਹੋਇਆ। ਵੱਡਾ ਘੱਲੂਘਾਰਾ ਵਾਪਰਨ ਦਾ ਕਾਰਨ ਜਿਹੜੇ ਸਾਡੇ ਹੀ ਪਹਿਰਾਵੇ, ਸਾਡੇ ਹੀ ਘਰ 'ਚ ਜਨਮ ਲਏ ਹੋਏ ਗਦਾਰ ਬਣੇ ਹੋਏ ਸਨ, ਹਰ ਭਗਤ ਨਿਰੰਜਨੀਏ ਵਰਗੇ। ਇਹਦਾ ਨਾਂ ਹੀ ਹਰੀ ਭਗਤ ਸੀ, ਪਰ ਇਹ ਸਰਕਾਰ ਦਾ ਭਗਤ ਹੈ, ਹਰੀ ਦਾ ਭਗਤ ਨਹੀਂ ਹੈ। ਮਹੰਤ ਆਕੁਲਦਾਸ ਵਰਗੇ, ਰਾਮੇ ਰੰਧਾਵੇ ਵਰਗੇ, ਇਹ ਸਾਰੇ ਟਾਊਟ ਨੇ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹਾਦਤ ਦੇ ਵਿੱਚ ਵੱਡਾ ਰੋਲ, ਹਰ ਭਗਤ ਨਿਰੰਜਨੀਏ ਦਾ ਵੱਡਾ ਹੱਥ ਹੈ। ਆ ਵੱਡਾ ਘੱਲੂਘਾਰਾ ਕਰਾਉਣ ਵਿੱਚ ਵੀ ਵੱਡਾ ਹੱਥ ਹੈ। ਇਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਲੁੱਟਦੇ ਆ ਨਾ, ਉਹ ਫਿਰ ਪੁੱਛਦਾ ਆਪਦੇ ਜਰਨੈਲਾਂ ਨੂੰ ਵੀ ਇਹ ਕੌਣ ਨੇ ਮੁੱਠੀ ਭਰ ਜਿਹੜੇ ਮੇਰਾ ਰਾਹ ਰੋਕ ਕੇ ਖੜ ਜਾਂਦੇ ਆ। ਪਰ ਦੱਸਣ ਵਾਲੇ ਕਹਿੰਦੇ ਆ ਜੀ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਸਿੰਘ ਨੇ। ਇਹ ਜੰਗਲਾਂ 'ਚ ਰਹਿੰਦੇ ਆ, ਘੋੜਿਆਂ ਦੀਆਂ ਕਾਠੀਆਂ 'ਚ ਰਹਿੰਦੇ ਆ, ਘਰ ਪਰਿਵਾਰ ਸਭ ਕੁਝ ਛੱਡੀ ਫਿਰਦੇ ਆ। ਇਹ ਤਾਂ ਛੋਲਿਆਂ ਨੂੰ ਬਦਾਮ ਕਹਿ ਕੇ ਖਾ ਲੈਂਦੇ ਆ। ਇਹਨਾਂ ਦਾ ਕਿਰਦਾਰ ਇਖਲਾਕ ਇੰਨਾ ਉੱਚਾ ਹੈ ਜਿਹਦੀ ਮਿਸਾਲ ਦੁਨੀਆ ਤੇ ਕਿਤੇ ਨਹੀਂ ਮਿਲਦੀ। ਔਰ ਇੰਨੇ ਕੁ ਫਰਾਕ ਦਿਲ ਨੇ, ਜਿੰਨੇ ਦਿਨਾਂ ਦੇ ਮਰਜ਼ੀ ਭੁੱਖੇ ਹੋਣ, ਜੇ ਲੰਗਰ ਕਈ ਦਿਨਾਂ ਬਾਅਦ ਇਹਨਾਂ ਨੂੰ ਛਕਣ ਨਹੀਂ ਮਿਲਦਾ, ਫਿਰ ਵੀ ਨਗਾਰੇ ਤੇ ਚੋਟ ਮਾਰ ਕੇ ਕਹਿੰਦੇ ਆ ਭੂਖਾ ਦੇਤ ਆਵਾਜ਼ਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਭਾਈ ਗੁਰੂ ਕਾ ਲੰਗਰ ਤਿਆਰ ਹੋ ਗਿਆ, ਜੇ ਕਿਸੇ ਨੂੰ ਭੁੱਖ ਲੱਗੀ ਆ ਕੇ ਛਕ ਲਓ। ਜੇ ਇਹਨਾਂ ਦਾ ਦੁਸ਼ਮਣ ਵੀ ਛਕਣ ਆ ਜਾਏ ਨਾ, ਉਹਨੂੰ ਵੀ ਆਪਣਾ ਮਿੱਤਰ ਬਣਾ ਕੇ ਛਕਾਉਂਦੇ, ਨਫ਼ਰਤ ਨਹੀਂ ਕਰਦੇ। ਅਬਦਾਲੀ ਕਹਿੰਦਾ ਵੀ ਜੇ ਇਹ ਹਾਲਾਤ ਆ, ਜੇ ਕੌਮ ਇਹੋ ਜਿਹੀ ਆ, ਫਿਰ ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਤੇ ਇਹਨਾਂ ਦਾ ਕਬਜ਼ਾ ਹੋਏਗਾ। ਇਹ ਰਾਜ ਕਰਨਗੇ, ਬਸ ਜਿੰਨੀ ਮਰਜ਼ੀ ਸਖਤੀ ਕਰੋ, ਇਹਨਾਂ ਨੂੰ ਅਸੀਂ ਉਸ ਰਾਜ ਤਖਤ ਤੱਕ ਪਹੁੰਚਣ ਨਹੀਂ ਦੇਣਾ। ਅਸੀਂ ਉਸ ਦੇਸ਼ ਦੇ ਤਖਤ ਦੇ ਮਾਲਕ ਨਹੀਂ ਬਣਨ ਦੇਣਾ। ਜਿੰਨੀ ਸਖਤੀ ਜਿਵੇਂ ਕਰ ਸਕਦੇ ਹੋ ਕਰੋ। ਉਹਦੀ ਸਖਤੀ ਦੇ ਮੁਤਾਬਕ ਗਦਾਰਾਂ ਨੂੰ ਖੁੱਲੀਆਂ ਆਫਰਾਂ ਦਿੱਤੀਆਂ ਵੀ ਜਿਹੜਾ ਇਹਨਾਂ ਦੀ ਸੂਤ ਪਾਏਗਾ, ਦੱਸੇਗਾ, ਇਹਨਾਂ ਦੀ ਖਬਰ ਰਿਪੋਰਟ ਦੇਗਾ, ਜਿਉਂਦੇ ਫੜਾਉਣ ਵਾਲੇ ਨੂੰ ਇੰਨਾ ਇਨਾਮ, ਮਰੇ ਕੋਈ ਦਾ ਸਿਰ ਲਿਆਉਣ ਵਾਸਤੇ ਇੰਨਾ ਇਨਾਮ। ਉਦੋਂ ਫਿਰ ਹਰ ਭਗਤ ਨਿਰੰਜਨੀਏ ਵਰਗਿਆਂ ਨੇ ਖੂਬ ਲਾਹਾ ਲਿਆ। ਇੱਕ ਖਤ ਲਿਖਿਆ ਅਹਿਮਦ ਸ਼ਾਹ ਅਬਦਾਲੀ ਨੂੰ, ਅਬਦਾਲੀ ਜੇ ਪੂਰੀ ਦੁਨੀਆ ਦੇਸ਼ ਵਿੱਚ ਕਬਜ਼ਾ ਕਰਨਾ ਚਾਹੁੰਦਾ ਹੈ, ਰਾਜ ਕਰਨਾ ਚਾਹੁੰਦਾ ਹੈ, ਫਿਰ ਇਸ ਏਸ਼ੀਆ ਦੀ ਧਰਤੀ ਤੇ ਇੱਕ ਇਹੋ ਜਿਹੀ ਕੌਮ ਆ, ਤੈਨੂੰ ਉਹ ਖਤਮ ਕਰਨੀ ਪਏਗੀ। ਉਹਨਾਂ ਨੇ ਤੇਰਾ ਰਾਜ ਨਹੀਂ ਹੋਣ ਦੇਣਾ। ਉਹਨੇ ਪੁੱਛਿਆ ਕਿਹੜੀ ਕੌਮ? ਕਹਿੰਦਾ ਸਿੱਖ ਕੌਮ। ਜਿੰਨੀ ਦੇਰ ਤੱਕ ਇਹਨੂੰ ਖਤਮ ਨਹੀਂ ਕਰਦਾ, ਪੂਰੀ ਦੁਨੀਆ ਤੇ ਰਾਜ ਕਰਨ ਦਾ ਸੁਪਨਾ ਕਦੇ ਸੋਚੀ ਵੀ ਨਾ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਮਰਜੀਵੜੇ ਸਿੱਖ ਨੇ। ਇਹਨਾਂ ਨੂੰ ਮੌਤ ਦਾ ਡਰ ਕੋਈ ਨਹੀਂ ਆ। ਤੇਰੇ ਨਾਲ ਸ਼ਰਾਬ ਕਬਾਬ ਪੀਣ ਵਾਲੇ ਨੇ, ਇਹ ਅੰਮ੍ਰਿਤ ਪੀਣ ਵਾਲੇ ਨੇ। ਇਹਨਾਂ ਦਾ ਹਰਮੰਦਰ ਸਾਹਿਬ ਬਣਿਆ, ਉਹ ਸਰੋਵਰ 'ਚ ਇਸ਼ਨਾਨ ਕਰ ਲੈਣ, ਮਰਿਆ ਹੋਇਆ ਇਸ਼ਨਾਨ ਕਰ ਲੈ, ਜਿਉਂਦਾ ਬਾਹਰ ਨਿਕਲਦਾ ਹੈ। ਇਹਨਾਂ ਨੂੰ ਉੱਥੋਂ ਇਹੋ ਜਿਹੀ ਸੁਪਰੀਮ ਪਾਵਰ ਮਿਲਦੀ ਆ, ਮਰੀਆਂ ਜ਼ਮੀਨਾਂ ਇਹਨਾਂ ਦੀਆਂ ਜਾਗ ਪੈਂਦੀਆਂ ਨੇ। ਇਹਨਾਂ ਦਾ ਗੁਰੂ ਇਹਨਾਂ ਨੂੰ ਅੰਮ੍ਰਿਤ ਦੇ ਕੇ ਗਿਆ, ਜਿਹੜਾ ਆਤਮਿਕ ਤੌਰ ਤੇ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ। ਔਰ ਮੌਤ ਦਾ ਖਤਮ ਇਹਨਾਂ ਦੇ ਮਨ ਵਿੱਚੋਂ ਖਤਮ ਹੋ ਜਾਂਦਾ ਹੈ, ਡਰ ਜਿਹੜਾ ਉਹ ਖਤਮ ਹੋ ਜਾਂਦਾ ਹੈ। ਤੇ ਇਹਨਾਂ ਨੂੰ ਖਤਮ ਕਰਨਾ ਹੋਏਗਾ ਜੇ ਪੂਰੀ ਦੁਨੀਆ 'ਚ ਰਾਜ ਕਰਨਾ ਹੈ। ਅਹਿਮਦ ਸ਼ਾਹ ਅਬਦਾਲੀ ਐਤਕੀ ਵੱਡੀ ਤਿਆਰੀ ਦੇ ਨਾਲ ਸਿੱਖੀ ਦੇ ਖਾਤਮੇ ਵਾਸਤੇ ਤੁਰਿਆ, ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਤੁਰਿਆ। ਵੱਡੀ ਗਿਣਤੀ 'ਚ ਉਹਨੇ ਫੌਜਾਂ ਲਈਆਂ ਨੇ। ਤੇ ਇਧਰ ਮਲੇਰ ਸਿੱਖਾਂ ਨੂੰ ਪਤਾ ਲੱਗਿਆ ਵੀ ਅਬਦਾਲੀ ਹਮਲੇ ਲਈ ਤਿਆਰ ਹੋ ਰਿਹਾ, ਕੋਈ ਵੱਡਾ ਨੁਕਸਾਨ ਕਰੇਗਾ, ਸਾਡੇ ਬੱਚੇ ਘਰ ਘਾਟ ਸਭ ਕੁਝ ਉਜਾੜ ਦੇਗਾ। ਉਹਨਾਂ ਨੇ ਸੋਚਿਆ ਵੀ ਲੱਖੀ ਜੰਗਲ ਵਰਗੇ ਉਸ ਇਲਾਕੇ ਦੇ ਅਸੀਂ ਖੁੱਲੇ ਮੈਦਾਨਾਂ, ਉਹਨਾਂ ਜੰਗਲਾਂ ਵਿੱਚ ਜਾਈਏ ਜਿੱਥੇ ਸਾਡੇ ਬੱਚੇ, ਘਰ ਪਰਿਵਾਰ, ਬਜ਼ੁਰਗ, ਮਾਤਾਵਾਂ ਉਹ ਸੇਫ ਹੋ ਸਕਣ। ਤੇ ਅਸੀਂ ਅਬਦਾਲੀ ਨਾਲ ਫਿਰ ਮੁਕਾਬਲਾ ਦੇਖਾਂਗੇ, ਕਿਹੜੀ ਜਗ੍ਹਾ ਸਾਨੂੰ ਠੀਕ ਰਹੇਗੀ, ਉੱਥੇ ਉਹਦਾ ਮੁਕਾਬਲਾ ਕਰਾਂਗੇ। ਪਰ ਇਹ ਕੁਝ ਹੋਇਆ ਨਹੀਂ। ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤੁਰੇ ਨੇ। 35-40 ਹਜ਼ਾਰ, ਕਿਸੇ ਨੇ 50 ਹਜ਼ਾਰ ਦੀ ਗਿਣਤੀ ਲਿਖੀ ਹੈ। ਆਪਣੀਆਂ ਮੰਜ਼ਲਾਂ ਨੂੰ ਮਾਰਦੇ ਹੋਏ ਜੇ ਕੋਪਰ ਹੀੜੇ ਦੀ ਧਰਤੀ ਇਸ ਖੁੱਲੇ ਮੈਦਾਨ ਵਿੱਚ ਰੁਕੇ ਹੋਏ ਨੇ। ਇੱਥੋਂ ਇਹਨਾਂ ਨੇ ਵਿਸ਼ਰਾਮ ਕਰਕੇ ਅੱਗੇ ਮਾਲਵੇ ਨੂੰ ਤੁਰਨਾ ਹੈ। ਪਰ ਇੱਧਰ ਅਬਦਾਲੀ ਨੇ ਭੀਖਣ ਖਾਨ ਮਲੇਰਕੋਟਲੇ ਦੇ ਸੂਬੇਦਾਰ ਨੂੰ ਹਦਾਇਤ ਕੀਤੀ ਹੈ, ਆਪਣੇ ਜਰਨੈਲ ਜੈਨ ਖਾਨ ਨੂੰ ਹਦਾਇਤ ਕੀਤੀ ਹੈ, ਕਾਸਮ ਖਾਨ ਨੂੰ ਹਦਾਇਤ ਕੀਤੀ ਹੈ ਕਿ ਇਹੋ ਜਿਹੇ ਤਰੀਕੇ ਨਾਲ ਘੇਰਾਬੰਦੀ ਕਰੋ ਕਿ ਸਿੱਖ ਅੱਜ ਬਚ ਕੇ ਨਾ ਜਾਣ। ਇੰਨੇ ਜ਼ਬਰਦਸਤ ਤਰੀਕੇ ਨਾਲ ਤੁਸੀਂ ਜੰਗ ਛੇੜਨੀ ਹੈ, ਕੋਈ ਸਿੱਖ ਬਚ ਕੇ ਨਾ ਜਾਵੇ। ਤੁਸੀਂ ਜੰਗ ਦੀ ਸ਼ੁਰੂਆਤ ਕਰੋ, ਇਹਨਾਂ ਨੂੰ ਥਕਾ ਲਓ, ਹੰਭਾ ਲਓ, ਡਰਾ ਲਓ, ਪਿੱਛੋਂ ਮੈਂ ਆ ਰਿਹਾ ਤੇ ਆਉਣ ਸਾਰ ਹਮਲਾ ਕਰ ਦਿਆਂਗੇ। ਉਹ ਪਹਿਲੀ ਵਾਰ ਹੋਇਆ ਸੀ। ਅਬਦਾਲੀ 35 ਘੰਟੇ ਲਗਾਤਾਰ ਘੋੜੇ ਦੀ ਸਵਾਰੀ ਕਰਦਾ ਰਿਹਾ। ਲਾਹੌਰ ਤੋਂ ਚੱਲਿਆ, ਪਹਿਲਾ ਪੜਾਅ ਜੰਡਿਆਲੇ ਕਰਦਾ ਹੈ, ਦੂਜਾ ਤਲਵਣ ਕਰਦਾ ਹੈ, ਤੀਸਰਾ ਪੜਾਅ ਉਹ 4 ਫਰਵਰੀ ਦੀ ਅੱਧੀ ਰਾਤ ਤੱਕ ਉਹ ਕੋਪਰ ਹੀੜੇ ਪਹੁੰਚਦਾ ਹੈ। ਫੌਜਾਂ ਘੇਰਾ ਪਾ ਲੈਂਦੀਆਂ 5 ਫਰਵਰੀ ਨੂੰ। ਇਹ ਦੁਨੀਆ ਤੇ
ਉੱਪਰ ਸਿੱਖ ਇਤਿਹਾਸ ਵਿੱਚ ਦੂਸਰਾ ਵੱਡਾ ਘੱਲੂਘਾਰਾ ਵਾਪਰਨ ਲੱਗਦਾ ਹੈ। ਸਾਰਾ ਦਿਨ ਸਿੱਖ ਕੌਮਾਂ ਨੇ ਜਾਨ ਹੂਲ ਕੇ ਕਹਿੰਦੇ ਨੇ ਜੰਗ ਲੜੀ ਹੈ। ਸਿੱਖ ਕੌਮ ਦੀ ਅਗਵਾਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਰ ਰਿਹਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਕਰ ਰਿਹਾ ਹੈ। ਸਰਦਾਰ ਸ਼ਾਮ ਸਿੰਘ ਕਰੋੜ ਸਿੰਘੀਆ ਉਹ ਕਰ ਰਿਹਾ ਹੈ। ਇਹ ਕੌਮ ਦੇ ਮਹਾਨ ਜਰਨੈਲ ਇੱਕ ਵਿਉਂਤਬੰਦੀ ਨਾਲ 15,000 ਸਿੰਘ ਹੀ ਆ ਜਿਹੜੇ ਹਥਿਆਰਬੰਦ ਆ ਜਿਨ੍ਹਾਂ ਨੇ ਲੜਨਾ ਹੈ। ਬਾਕੀ ਦੇ ਕੋਈ ਬਜ਼ੁਰਗ ਨੇ, ਕੋਈ ਸੋਟੀਆਂ ਨਾਲ ਤੁਰਨ ਵਾਲੇ, ਕੋਈ ਬੱਚੇ ਨੇ, ਉਹਨਾਂ ਦਾ ਬਚਾਅ ਵੀ ਇਸ ਕਾਫਲੇ ਨੇ ਕਰਨਾ ਹੈ। ਪਰ ਪਰਮਾਤਮਾ ਨੂੰ ਕੀ ਚੰਗਾ ਲੱਗਦਾ ਉਹ ਗੁਰੂ ਪਰਮਾਤਮਾ ਹੀ ਜਾਣਦਾ ਹੈ। ਇੱਥੇ ਦੁਨੀਆ ਦਾ ਵੱਡਾ ਘੱਲੂਘਾਰਾ ਵਾਪਰਿਆ। ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਮਹਾਨ ਗੁਰੂ ਪਾਤਸ਼ਾਹ ਦੇ ਸਿੱਖੋ, ਸਾਨੂੰ ਗੁਰੂ ਨੇ ਭੱਜਣਾ ਨਹੀਂ ਸਿਖਾਇਆ, ਗੁਰਮਤ ਭੱਜਣਾ ਸਿਖਾਉਂਦੀ ਵੀ ਨਹੀਂ, ਗੁਰਮਤ ਗੱਜਣਾ ਸਿਖਾਉਂਦੀ ਹੈ। ਅਸੀਂ ਆਪਣੀਆਂ ਜਾਨਾਂ ਬਚਾ ਕੇ ਭੱਜੀਏ, ਇਹ ਸਾਨੂੰ ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ। ਨਾ ਇੱਥੋਂ ਮੈਂ ਭੱਜਣਾ ਤੇ ਨਾ ਕਿਸੇ ਹੋਰ ਨੇ। ਜਿੰਨਾ ਚਿਰ ਜਾਨ ਵਿੱਚ ਜਾਨ ਹੈ ਦੁਸ਼ਮਣ ਨਾਲ ਅਸੀਂ ਮੁਕਾਬਲਾ। ਇਹੋ ਜੀ ਸਿੱਖਾਂ ਨੇ ਘੇਰਾਬੰਦੀ ਕਰੀ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਵਾਹ ਜਹਾਨ ਦੀ ਲਾ ਲਈ, ਸਿੱਖਾਂ ਦਾ ਘੇਰਾ ਤੋੜ ਕੇ ਸਿੱਖਾਂ 'ਚ ਦਾਖਲ ਨਹੀਂ ਹੋ ਸਕੇ। ਅਬਦਾਲੀ ਵੀ ਮੰਨਿਆ, ਆਸ਼ਸ਼ ਕਰ ਉੱਠਿਆ ਵੀ ਸਿੱਖਾਂ ਕੋਲੇ ਸ਼ਸਤਰ ਵਿੱਦਿਆ ਬੜੀ ਕਮਾਲ ਦੀ ਹੈ। ਪਰ ਇੱਥੇ ਸਿੱਖ ਕੌਮ ਦਾ ਵੱਡਾ ਨੁਕਸਾਨ ਹੋਇਆ। ਤਕਰੀਬਨ ਇੱਕੋ ਹੀ ਦਿਨ ਵਿੱਚ 35,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ, ਕਿਸੇ ਨੇ 50 ਵੀ ਲਿਖਿਆ। ਚਲੋ ਉਸ ਵੇਲੇ ਇਹ ਹਜ਼ਾਰਾਂ ਦੀ ਗਿਣਤੀ ਆ। ਇਉਂ ਲੱਗਦਾ ਸੀ ਜਿਵੇਂ ਕਹਿ ਰਿਹਾ ਤਤ ਖਾਲਸਾ ਝੜ ਗਏ ਉਹ ਰਹਿਓ ਸੋ ਖੋਟ ਗਵਾਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਹ ਕਹਿ ਰਿਹਾ ਸੀ ਕਿ ਜਿੰਨਾ ਖੋਟ ਸੀ ਉਹ ਸਾਰਾ ਝੜ ਗਿਆ, ਹੁਣ ਤਤ ਖਾਲਸਾ ਸੀ ਕੁਛ ਗਿਣਤੀ ਦੇ। ਗਿਆਨੀ ਗਿਆਨ ਸਿੰਘ ਜੀ ਤਾਂ ਲਿਖ ਰਹੇ ਆ, ਲੋਕ ਕਹੇ ਸਿੱਖ ਸਭ ਗਏ ਮਾਰਾ, ਬਚਿਓ 50 ਖੱਪ ਗਿਓ ਸਾਰਾ, ਜਿੰਨੇ ਆਏ ਸੀ ਸਾਰੇ ਮਰ ਗਏ, 50 ਬਚੇ ਆ ਸਾਰੇ, ਬਾਕੀ ਸਭ ਮਾਰੇ ਗਿਆ। ਪਰ ਹੌਸਲੇ ਬੁਲੰਦ ਨੇ, ਚੜ੍ਹਦੀ ਕਲਾ ਵਿੱਚ ਨੇ। ਰਣ ਰਤਿਓ ਭੱਜਿਓ ਨਹੀਂ, ਸੂਰੋ ਥਾਰੋ ਨਹੀਂ। ਬਾਣੀ ਵਿੱਚ ਲਿਖਿਆ ਕਿ ਜਿਹੜਾ ਸੂਰਮਾ ਹੁੰਦਾ ਉਹ ਕਦੇ ਮੈਦਾਨੇ ਜੰਗਾਂ ਨੂੰ ਛੱਡ ਕੇ ਭੱਜਦਾ ਨਹੀਂ। ਪਰ ਇਸ ਦੇਸ਼ ਵਿੱਚ ਕਈ ਧਾਰਮਿਕ ਅਸਥਾਨ ਇਹੋ ਜਿਹੇ ਬਣੇ ਆ ਜਿਨ੍ਹਾਂ ਦਾ ਨਾਮ ਹੈ ਰਣ ਛੋੜ। ਜਿਹੜੇ ਰਣ ਛੱਡ ਕੇ ਭੱਜੇ ਉਹਨਾਂ ਦੇ ਨਾਂ ਤੇ ਰਣ ਛੋੜ ਇਹ ਧਾਰਮਿਕ ਸਥਾਨ ਬਣਿਆ। ਪਰ ਸਿੱਖੀ ਵਿੱਚ ਇਹੋ ਜਿਹਾ ਕੋਈ ਸਥਾਨ ਨਹੀਂ ਹੈ ਜਿੱਥੇ ਲਿਖਿਆ ਹੋਵੇ ਵੀ ਸਿੱਖ ਆਪਣੇ ਧਰਮ ਤੋਂ ਆਕੀ ਹੋ ਗਏ, ਬਾਗੀ ਹੋ ਗਏ, ਜਾਂ ਰਣ ਮੈਦਾਨ ਛੱਡ ਕੇ ਭੱਜ ਗਏ। ਉਹ ਤਾਂ ਕਹਿੰਦੇ ਜਾਂ ਮਰਾਂਗੇ ਤੇ ਜਾਂ ਮਾਰਾਂਗੇ। ਇਹ ਜਾਨ ਪੰਥ ਖਾਲਸੇ ਦੀ ਅਮਾਨਤ ਹੈ, ਇਹ ਜਾਨ ਲੈ ਵੀ ਸਕਦਾ ਤੇ ਜਾਨ ਦੇ ਵੀ ਸਕਦਾ। ਤੋ ਇਸ ਲਈ ਅੱਜ ਇਹ ਵੱਡਾ ਘੱਲੂਘਾਰਾ ਵਾਪਰਦਾ ਹੈ। ਤੋ ਕਹਿੰਦੇ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਘੇਰਾ ਪਿਆ। ਉਹਨਾਂ ਦਾ ਨਾਲ ਦਾ ਸਾਥੀ ਗੁਰਮੁਖ ਸਿੰਘ ਉਹਨਾਂ ਨੂੰ ਘੇਰੇ 'ਚ ਉਹਨਾਂ ਦੇ ਘੋੜੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੇਕਿਨ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਨਹੀਂ, ਮੈਨੂੰ ਕੌਮ ਨੇ ਆਪਣਾ ਬਾਦਸ਼ਾਹ ਮੰਨਿਆ, ਮੈਨੂੰ ਕੌਮ ਨੇ ਸੁਲਤਾਨ ਉਲ ਕੌਮ ਕਿਹਾ, ਮੈਂ ਘੋੜਾ ਭਜਾ ਕੇ ਭੱਜ ਜਾਵਾਂ ਇਹ ਮੇਰੀ ਸੂਰਮਗਤੀ ਤੇ ਕਲੰਕ ਹੋਏਗਾ। ਸਿੰਘ ਸੁਨੇ ਸਿੰਘ ਕਰੇ ਠੱਠਾ, ਘੋੜਾ ਗੁਦਾਏ ਜੱਸਾ ਸਿੰਘ ਨੱਠਾ। ਮੈਨੂੰ ਤਾਂ ਸਾਰੇ ਮਜ਼ਾਕ ਕਰਨਗੇ ਵੀ ਜੱਸਾ ਸਿੰਘ ਮੌਤ ਤੋਂ ਡਰਦਾ ਹੋਇਆ ਘੋੜਾ ਭਜਾ ਕੇ ਲੰਘ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਵੀ ਚਮਕੌਰ ਦੀ ਗੜੀ 'ਚ ਕਿਹਾ ਸੀ ਜੇ ਮੈਂ ਐਵੇਂ ਹੀ ਜਾਣਾ ਕੌਮ ਕੀ ਕਹੇਗੀ, ਮੈਂ ਤਾੜੀ ਮਾਰ ਕੇ ਜਾਣਾ। ਤੇ ਮਹਾਰਾਜ ਕਹਿ ਰਿਹਾ ਤੇ ਉਸ ਵੇਲੇ ਜੱਸਾ ਸਿੰਘ ਆਹਲੂਵਾਲੀਆ ਕਿਆ ਮੁਖ ਲੈ ਕੇ ਕਰੇ ਦੀਵਾਨ, ਸਿੱਖ ਮਸ਼ਕਰੀ ਕਰੇ ਆਨ। ਮੈਂ ਕਿਹੜਾ ਮੁਖ ਲੈ ਕੇ ਦੀਵਾਨ ਸਜਾਵਾਂਗਾ, ਮੈਨੂੰ ਤਾਂ ਕੌਮ ਜਿਹੜੀ ਆ ਉਹ ਮਜ਼ਾਕ ਕਰੇਗੀ, ਉਹ ਮਖੌਲ ਕਰੇਗੀ। ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਸੂਰਮਾ ਉਹਨੇ ਮਰਨਾ ਹੁੰਦਾ ਜਿਹੜਾ ਭੱਜ ਜਾਏ, ਉਹ ਜੂਨਾਂ ਵਿੱਚ ਭਟਕਦਾ ਹੈ। ਤੋ ਕਹਿੰਦੇ ਨੇ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪੰਥ ਮਾਤਾ ਸਾਹਿਬ ਕੌਰ ਦੇ ਜਾਇਆਂ ਨੇ, ਜਿਹਦੇ ਕੋਲੇ ਤਲਵਾਰ ਸੀ ਉਹ ਤਲਵਾਰ ਨਾਲ ਲੜਿਆ, ਜਿਹਦੇ ਕੋਲੇ ਬਰਸ਼ਾ ਨੇਜਾ ਸੀ ਉਹ ਨੇਜੇ ਨਾਲ ਲੜਿਆ, ਜਿਹਦੇ ਕੋਲੇ ਤੀਰ ਕਮਾਨ ਸੀ ਉਹ ਤੀਰ ਕਮਾਨਾਂ ਨਾਲ ਲੜਿਆ। ਹਾਰ ਨਹੀਂ ਮੰਨੀ, ਸਿੱਖ ਜਾਨ ਹੂਲ ਕੇ ਇਸ ਜੰਗ ਵਿੱਚ ਲੜਿਆ। ਕੁਝ ਕੁ ਬੱਚੇ ਬਜ਼ੁਰਗ ਬਾਜਰਾ ਬੀਜਿਆ ਹੋਇਆ ਕਿਸੇ ਨੇ ਉਹ ਬਾਜਰੇ 'ਚ ਵੜ ਗਏ ਵੀ ਚਲੋ ਕੁਝ ਬਚਾਅ ਹੋ ਜਾਏਗਾ। ਅਬਦਾਲੀ ਦੀਆਂ ਫੌਜਾਂ ਨੇ ਉਸ ਬਾਜਰੇ ਨੂੰ ਅੱਗ ਲਾ ਦਿੱਤੀ, ਸਾਰੇ ਵਿੱਚ ਹੀ ਜਿਉਂਦੇ ਜੀ ਸੜ ਗਏ। ਵੱਡਾ ਨੁਕਸਾਨ ਇਸ ਦਿਨ ਹੋਇਆ। ਚੇਤੇ ਰੱਖਿਓ ਇਹ ਦਿਨ ਵੀ ਉਸ ਦਿਨ ਕੌਮ ਨੇ ਵੇਖਿਆ। ਗੁਰਮ ਪਿੰਡ, ਕੁਤਬਾ ਪਿੰਡ, ਉਧਰ ਨੂੰ ਜਦੋਂ 3 ਕੋਹ ਤੱਕ ਸਿੱਖ ਲੜਦੇ ਲੜਦੇ ਅੱਗੇ ਨੂੰ ਚਲੇ ਗਏ ਵੀ ਥੋੜਾ ਅੱਗੇ ਜਾਈਏ ਤੇ ਅਸੀਂ ਖੁੱਲੇ ਮੈਦਾਨ ਜਿੱਥੇ ਕਿਤੇ ਮੋਰਚਾਬੰਦੀ ਲਈ ਸੌਖਾ ਹੋਏਗਾ, ਸੌਖਾ ਲੜਿਆ ਜਾਏਗਾ। ਪਰ ਕੁਝ ਲੋਕਾਂ ਨੇ, ਉਧਰ ਦੇ ਪਿੰਡਾਂ ਦੇ ਲੋਕਾਂ ਨੇ ਸਿੰਘਾਂ ਦੀ ਸੇਵਾ ਕਰਨ ਦੀ ਬਜਾਏ ਘਰਾਂ ਦੇ ਦਰਵਾਜ਼ੇ ਵੀ ਬੰਦ ਕੀਤੇ। ਅਬਦਾਲੀ ਤੋਂ ਡਰਦਿਆਂ ਕਿਸੇ ਨੇ ਸਿੱਖਾਂ ਨੂੰ ਦਰਵਾਜ਼ੇ ਨਹੀਂ ਖੋਲ੍ਹੇ। ਉਹ ਸਿੱਖ ਇਸ ਦੇਸ਼ ਦੀ ਆਨ ਬਾਨ ਸ਼ਾਨ ਸੰਸਕ੍ਰਿਤ ਬਚਾਉਣ ਵਾਸਤੇ ਲੜ ਰਹੇ ਸਨ। ਕਿਸੇ ਦਾ ਨਿੱਜੀ ਸਵਾਰਥ ਨਹੀਂ ਸੀ, ਕਿਉਂਕਿ ਜੇ ਸਿੱਖ ਕੌਮ ਨਾ ਆਪਣੀਆਂ ਇਹ ਜਾਨਾਂ ਹੁੱਲ ਕੇ ਇਹ ਕੁਰਬਾਨੀਆਂ ਦਿੰਦੀ, ਸ਼ਾਇਦ ਅੱਜ ਇਸ ਦੇਸ਼ ਦਾ ਭਵਿੱਖ ਕੁਛ ਹੋਰ ਹੋਣਾ ਸੀ, ਨਾਮ ਕੁਛ ਹੋਰ ਹੋਣਾ ਸੀ। ਅੱਜ ਵੱਡਾ ਯੋਗਦਾਨ ਇਸ ਦੇਸ਼ ਨੂੰ ਦੇਸ਼ ਬਣਾਉਣ ਵਾਸਤੇ ਉਸ ਸਿੱਖ ਕੌਮ ਦਾ ਹੈ। ਨਹੀਂ ਇੱਥੇ ਵਿਦੇਸ਼ੀਆਂ ਦਾ ਰਾਜ ਹੋਣਾ ਸੀ। ਤੋ ਕਹਿੰਦੇ ਨੇ
ਇਹ ਵੱਡਾ ਘੱਲੂਘਾਰਾ ਸਿੱਖ ਕੌਮ ਦੇ ਵਿੱਚ ਵਾਪਰਿਆ। ਪਰ ਅਬਦਾਲੀ ਨੇ ਗੁੱਸੇ ਵਿੱਚ ਵਾਪਸ ਜਾਂਦੇ ਨੇ ਅਕਾਲ ਤਖਤ ਵੀ ਹਰਿਮੰਦਰ ਸਾਹਿਬ ਵੀ ਢਾ ਦਿੱਤਾ। ਸਿੱਖਾਂ ਨੇ 7-8 ਮਹੀਨੇ ਅਬਦਾਲੀ ਕਹਿੰਦਾ ਮੈਂ ਜੇ ਇਹੋ ਜਿਹੇ ਇਸ ਕੌਮ ਨੂੰ ਮਾਰ ਚੱਲਿਆ, ਇਹ ਘੱਟੋ ਘੱਟ 2 ਸਦੀਆਂ, ਇਹਨੂੰ 1 ਸਦੀ ਤੱਕ ਘੱਟੋ ਘੱਟ ਉੱਠਣ ਵਾਸਤੇ ਲੱਗੇਗੀ। ਪਰ ਸਿੱਖਾਂ ਨੇ 6-7 ਮਹੀਨਿਆਂ ਬਾਅਦ ਵੱਡੀ ਗਿਣਤੀ 'ਚ ਹਰਿਮੰਦਰ ਸਾਹਿਬ ਦੀਵਾਲੀ ਦਾ ਦਿਨ ਮਨਾਇਆ ਸੀ। ਇੰਨੀ ਚੜ੍ਹਦੀ ਕਲਾ ਦੇ ਵਿੱਚ ਸਿੱਖਾਂ ਨੇ ਫਿਰ ਉਹ ਦਿਨ ਮਨਾ ਕੇ ਦੱਸ ਦਿੱਤਾ, ਅਬਦਾਲੀ ਜਿਹੜੀਆਂ ਇਮਾਰਤਾਂ ਢਾਹ ਕੇ ਗਿਆ ਅਸੀਂ ਉਹ ਇਮਾਰਤਾਂ ਵੀ ਖੜੀਆਂ ਕਰ ਲਈਆਂ, ਜਿਹੜੀ ਕੌਮ ਨੂੰ ਢਾਹ ਕੇ ਗਿਆ ਸੀ ਉਹ ਕੌਮ ਵੀ ਖੜੀ ਕਰ ਲਈ ਆ। ਇਹ ਤੇਰੇ ਵਰਗਿਆਂ ਮੁਕਾਇਆ ਮੁੱਕਣ ਵਾਲਾ ਕੰਮ ਨਹੀਂ ਆ। ਇਹ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਜਿੰਨੀ ਦੇਰ ਤੱਕ ਪਰਮਾਤਮਾ ਦੀ ਹੋਂਦ ਨੇ ਰਹਿਣਾ, ਯਾਦ ਰੱਖਿਓ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਨੇ ਰਹਿਣਾ। ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਨੇ ਰਹਿਣਾ, ਉਦੋਂ ਤੱਕ ਇਸ ਗੁਰੂ ਗ੍ਰੰਥ ਸਾਹਿਬ ਦੇ ਪੰਥ ਨੇ ਵੀ ਚੜ੍ਹਦੀ ਕਲਾ 'ਚ ਰਹਿਣਾ। ਇਹ ਪੰਥ ਤੇ ਗ੍ਰੰਥ ਕਦੇ ਮੁੱਕਣੇ ਨਹੀਂ। ਜਿੰਨੇ ਮਰਜੀ ਅਬਦਾਲੀ ਦੁਰਾਨੀ ਆ ਜਾਣ, ਜਿੰਨੇ ਮਰਜੀ ਮੱਸੇ ਰੰਗੜ ਤੇ ਜਗਰੀਆ ਖਾਨ ਆ ਜਾਣ, ਇੱਕੋ ਇੱਕ ਇਹ ਮਾਂ ਪੰਜਾਬਣ ਹੈ। ਇਹ 5 ਨਦੀਆਂ ਦੀ ਧਰਤ ਹੈ ਜਗ ਉੱਤੇ, ਜਿਹੜੀ ਮੌਤ ਦੀ ਹਿੱਕ ਉੱਤੇ ਵਸਦੀ ਹੈ। ਇੱਕੋ ਮਾਂ ਪੰਜਾਬਣ ਹੈ ਅਣਖ ਬਦਲੇ ਵੀ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਇਹ ਮਾਵਾਂ ਸਾਡੇ ਕੋਲ ਹਜੇ ਮੁੱਕੀਆਂ ਨਹੀਂ, ਜਿਹੜੀਆਂ ਜੱਸਾ ਸਿੰਘ ਆਹਲੂਵਾਲੀਏ ਵਰਗਿਆਂ ਨੂੰ ਜਨਮ ਦਿੰਦੀਆਂ ਨੇ। ਉਹ ਮਾਵਾਂ ਅੱਜ ਵੀ ਸਾਡੇ ਕੋਲੇ ਮੌਜੂਦ ਨੇ, ਜਿਹੜੀਆਂ ਚੜ੍ਹਤ ਸਿੰਘ ਵਰਗਿਆਂ ਨੂੰ ਜਨਮ ਦਿੰਦੀਆਂ ਨੇ। ਉਹ ਮਾਵਾਂ ਅੱਜ ਵੀ ਸਾਡੇ ਕੋਲੇ ਮੌਜੂਦ ਨੇ, ਜਿਹੜੀਆਂ ਜੱਸਾ ਸਿੰਘ ਰਾਮਗੜੀਏ ਵਰਗਿਆਂ ਨੂੰ ਜਨਮ ਦਿੰਦੀਆਂ ਨੇ। ਜਦੋਂ ਸਾਹਮਣੇ ਅਬਦਾਲੀ ਵਰਗੇ ਆਉਣਗੇ, ਉਦੋਂ ਇਸ ਕੌਮ ਵਿੱਚ ਜੱਸਾ ਸਿੰਘ ਆਹਲੂਵਾਲੀਏ ਵਰਗੇ ਪੈਦਾ ਹੁੰਦੇ ਰਹਿਣਗੇ ਤੇ ਮੂੰਹ ਤੋੜਵੇਂ ਜਵਾਬ ਦਿੰਦੇ ਰਹਿਣਗੇ। ਸਤਿਗੁਰੂ ਕਿਰਪਾ ਕਰਨ। ਅੱਜ ਤੁਸੀਂ ਬੜੇ ਪਿਆਰ ਨਾਲ ਆਪਾਂ ਰਲ ਮਿਲੋ ਉਹਨਾਂ ਮਹਾਨ ਸ਼ਹੀਦਾਂ ਨੂੰ ਨਮਸਕਾਰ ਕੀਤੀ ਅਤੇ ਧਿਆਨ ਨਾਲ ਸੁਣਿਆ, ਤਾਂ ਕਿ ਸਾਡੇ ਮਨਾਂ ਵਿੱਚ ਸਿੱਖੀ ਦੀ ਜੜ ਹੋਰ ਮਜ਼ਬੂਤ ਹੋ ਜਾਏ, ਸਿੱਖੀ ਤੇ ਗੁਰੂ ਗ੍ਰੰਥ ਪ੍ਰਤੀ ਸਾਡਾ ਪਿਆਰ ਹੋਰ ਪ੍ਰਬਲ ਹੋ ਜਾਏ। ਉਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਵਾਚ ਕੇ ਹੀ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ ਜਾਂਦੀ ਹੈ। ਟੁੱਟੇ ਹੋਏ ਗੁਰੂ ਨਾਲ ਜੁੜ ਜਾਂਦੇ ਨੇ, ਪਰਮਾਤਮਾ ਨਾਲ ਜੁੜ ਜਾਂਦੇ ਨੇ। ਸਤਿਗੁਰੂ ਰਹਿਮਤ ਕਰਨ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟੀ-ਕੋਟੀ ਪ੍ਰਣਾਮ, ਜਿਹੜੇ ਸਿਰ ਵਾਰ ਕੇ ਸਾਨੂੰ ਸਿਰ ਉੱਚਾ ਕਰਨ ਜੋਗਾ ਕਰ ਗਏ ਨੇ, ਜਿਹੜੇ ਆਪਣਾ ਘਰ ਘਾਟ ਪਰਿਵਾਰ ਸਭ ਕੁਝ ਵਾਰ ਕੇ ਸਾਨੂੰ ਘਰਾਂ ਵਾਲੇ ਬਣਾ ਗਏ ਨੇ, ਜਿਹੜੇ ਸਭ ਕੁਝ ਸੁੱਖ ਆਰਾਮ ਆਪਣਾ ਕੁਰਬਾਨ ਕਰਕੇ ਸਾਡੀਆਂ ਝੋਲੀਆਂ 'ਚ ਸੁੱਖ ਦੀਆਂ ਦਾਤਾਂ ਪਾ ਗਏ ਨੇ। ਉਹਨਾਂ ਮਹਾਨ ਸ਼ਹੀਦਾਂ ਨੂੰ ਜਿੰਨੀਆਂ ਵੀ ਨਮਸਕਾਰਾਂ ਲੱਖਾਂ ਕਰੋੜਾਂ ਵਾਰ ਹਰ ਵੇਲੇ ਕਰਦੇ ਰਹੀਏ, ਉਨੀਆਂ ਹੀ ਥੋੜੀਆਂ ਨੇ, ਕਿਉਂਕਿ ਉਹ ਸ਼ਹੀਦਾਂ ਦੀ ਕਰਕੇ ਅੱਜ ਅਸੀਂ ਇੱਥੇ ਬੈਠੇ ਹੋਏ ਹਾਂ। ਸ਼ਹੀਦਾਂ ਦੇ ਵਿਹੜੇ 'ਚੋਂ ਬੜਾ ਕੁਝ ਮਿਲਦਾ ਹੈ, ਇੱਥੇ ਕਿਸੇ ਗੱਲ ਦੀ ਕਮੀ ਨਹੀਂ। ਪਰ ਮੈਂ ਹੀ ਬੇਨਤੀ ਕਰਾਂਗਾ, ਸਿੱਖੀ ਸਿਦਕ ਦੀ ਦਾਤ, ਨਾਮ ਸੇਵਾ ਸਿਮਰਨ ਦੀ ਦਾਤ, ਗੁਰੂ ਗ੍ਰੰਥ ਪ੍ਰਤੀ ਪਿਆਰ ਔਰ ਸਤਿਕਾਰ ਦੀ ਦਾਤ ਲੈ ਕੇ ਜਾਇਓ, ਜਿਹਦੇ ਨਾਲੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੇ ਅਸੀਂ ਭਾਗੀ ਬਣ ਸਕੀਏ ਜੀ। ਇੰਨੀਆਂ ਬੇਨਤੀਆਂ ਪ੍ਰਵਾਨ, ਤਮਾਮ ਭੁੱਲਾਂ ਚੁੱਕਾਂ ਦੀ ਖਿਮਾ, ਸਮੇਂ ਲਈ ਮਾਫੀ ਮੰਗਦਾ। ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਜੀਵ ਦਇਆ ਨੂੰ ਮਿਲੈ ਸੋ ਜੀਵ ਦੇ, ਹਰ ਜਗ ਜੀਵਨ ਉਰਤਾਦ, ਨਾਨਕ ਗੁਰਮੁਖ ਸੋਹਣੇ ਤਿਤ ਸੱਚੈ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।